ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੁਣਵੰਤੀ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਸਿੱਖ ਬੀਬੀਆਂ ਨੂੰ ਸਮਰਪਿਤ ਹੈ। ਉਹ ਸਿੱਖ ਬੀਬੀਆਂ ਜੋ ਵਰਤਮਾਨ ਸਮੇਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ, ਉਹਨਾਂ ਲਈ ਇਹ ਪ੍ਰੋਗਰਾਮ ਜਿਹੜਾ ਹੈ ਉਲੀਕਿਆ ਗਿਆ ਹੈ। ਕਿਉਂਕਿ ਜਦੋਂ ਤੋਂ ਸਿੱਖ ਧਰਮ ਜਿਹੜਾ ਹੈ ਜਦੋਂ ਪ੍ਰਾਰੰਭ ਹੁੰਦਾ ਹੈ, ਬਾਬੇ ਨਾਨਕ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ, ਉਦੋਂ ਤੋਂ ਹੀ ਬੇਬੇ ਨਾਨਕੀ ਦੇ ਰੂਪ ਵਿੱਚ ਸਿੱਖ ਬੀਬੀਆਂ ਜਿਹੜੀਆਂ ਹੈ ਆਪਣਾ ਵਿਸ਼ੇਸ਼ ਯੋਗਦਾਨ ਕਿਸੇ ਨਾ ਕਿਸੇ ਸੰਦਰਭ ਦੇ ਵਿੱਚ ਸਿੱਖ ਧਰਮ ਵਿੱਚ ਪਾ ਰਹੀਆਂ ਹਨ। ਸੋ ਅੱਜ ਆਪ ਜੀ ਦੀ ਅਸੀਂ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਨਾਲ ਕਰਾਵਾਂਗੇ ਜਿਨ੍ਹਾਂ ਨੇ ਸਿੱਖ ਸੰਗੀਤ ਦੇ ਵਿੱਚ ਪਹਿਲੇ ਇਹੋ ਸਿੱਖ ਬੀਬੀ ਨੇ ਜਿਨ੍ਹਾਂ ਨੇ PhD ਕੀਤੀ ਗੁਰਮਤਿ ਸੰਗੀਤ ਦੇ ਹਵਾਲੇ ਨਾਲ। ਅੱਜ ਕੱਲ੍ਹ ਉਹ ਸਰਕਾਰੀ ਕਾਲਜ ਰੋਪੜ ਵਿਖੇ ਮਿਊਜ਼ਿਕ ਦੇ ਪ੍ਰੋਫੈਸਰ ਨੇ, ਐਸੋਸੀਏਟ ਪ੍ਰੋਫੈਸਰ ਨੇ, ਨਾਲ ਉਹ ਵਾਈਸ ਪ੍ਰਿੰਸੀਪਲ ਦੀਆਂ ਸੇਵਾਵਾਂ ਵੀ ਨਿਭਾ ਰਹੇ ਨੇ। ਅਤੇ ਮੇਰੀ ਮੁਰਾਦ ਨੇ ਡਾਕਟਰ ਹਰਜਸ ਕੌਰ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਮ ਤੁਹਾਡਾ ਜਿਹੜਾ ਹੈਗਾ ਸੰਗੀਤ ਦਾ ਸਫ਼ਰ ਜੇ ਇਸ ਲਾਈਨ ਵੱਲ ਤੁਸੀਂ ਕਿਵੇਂ ਆਏ ਹੋ? ਸਾਡਾ ਸ਼ੁਰੂ ਤੋਂ ਹੀ ਸਾਡੇ ਘਰ ਦਾ ਮਾਹੌਲ ਸੀ। ਮੇਰੇ ਮਦਰ ਜਿਹੜੇ ਉਹ ਕੀਰਤਨ ਕਰਦੇ ਸੀ ਜੀ, ਅਤੇ ਉਹਨਾਂ ਨੂੰ ਹੈਗਾ ਸੀ ਵੀ ਮੇਰੇ ਬੱਚੇ ਵੀ ਕੀਰਤਨ ਕਰਨ। ਮੈਂ ਤਾਂ ਬਹੁਤ ਸ਼ਰਮਾਕਲ ਸੀ, ਪਰ ਮੈਨੂੰ ਉਹਨਾਂ ਨੇ ਗੁਰਦੁਆਰੇ ਸ਼ੁਰੂਆਤ ਜਿਹੜੀ ਉਦੋਂ ਮੈਂ ਡਰ ਨਾਲ ਕੀਤੀ ਸੀ ਜੀ, ਪਰ ਫਿਰ ਬਾਅਦ 'ਚੋਂ ਬਹੁਤ ਆਨੰਦ ਆਇਆ ਉਸ ਚੀਜ਼ ਦਾ ਜੀ। ਅਤੇ ਹੁਣ ਮੈਂ ਫਿਰ ਇਹੀ ਵਿਸ਼ਾ ਅੱਗੋਂ ਲਿਆ ਵੀ ਇਸੇ 'ਤੇ ਹੀ ਕੰਮ ਕਰਨਾ। ਅਤੇ ਤੁਸੀਂ ਪਹਿਲਾਂ ਰੋਪੜ ਤੋਂ ਹੀ ਸ਼ੁਰੂ ਕੀਤਾ ਜਾਂ? ਨਹੀਂ ਜੀ, ਅਸੀਂ ਪਠਾਨਕੋਟ ਰਹਿੰਦੇ ਸੀ। ਅੱਛਾ ਜੀ। ਅਤੇ 6th ਕਲਾਸ 'ਚ ਸੀ ਜਦੋਂ ਜ਼ਿਆਦਾ ਕੀਰਤਨ ਕਰਨਾ ਸ਼ੁਰੂ ਕੀਤਾ ਜੀ। ਗੁਰਦੁਆਰੇ 'ਚ ਅਸੀਂ ਗਏ, ਉੱਥੇ ਭਾਈ ਸਾਹਿਬ ਹੈ ਨਹੀਂ ਸੀ ਜੀ, ਅਤੇ ਸਾਡੇ ਮਦਰ ਨੇ ਕਿਹਾ ਵੀ ਤੁਸੀਂ ਸ਼ਬਦ ਬੋਲੋ। ਮੇਰੀ ਸਿਸਟਰ ਨੇ ਫਟਾਫਟ ਬੋਲ ਦਿੱਤਾ। ਮੈਨੂੰ ਬਹੁਤ ਸ਼ਰਮ ਆਉਂਦੀ ਸੀ, ਪਰ ਮੈਨੂੰ ਜਦੋਂ ਉਹਨਾਂ ਨੇ ਕਿਹਾ ਮੈਂ ਉੱਠ ਕੇ ਗਈ ਵੀ ਹਾਂ ਵੀ ਉਹਨਾਂ ਦਾ ਵਚਨ ਨਹੀਂ ਮੋੜਨਾ ਜੀ। ਉਦੋਂ ਬਹੁਤ ਡਰ ਲੱਗਿਆ, ਪਰ ਫਿਰ ਮੈਂ ਇਸੇ ਲਾਈਨ ਨੂੰ ਪਕੜ ਲਿਆ। ਜਦ ਕਿ ਸਿਸਟਰ ਅਜੇ ਵੀ ਕੀਰਤਨ ਕਰਦੇ ਨੇ, ਸ਼ੌਕੀਆ ਜੀ ਜੀ, ਪਰ ਲਾਈਨ ਨਹੀਂ ਆ ਉਹਨਾਂ ਦੀ। ਠੀਕ ਹੈ ਜੀ। ਨਹੀਂ, ਤੁਹਾਨੂੰ ਫਿਰ ਕੀਰਤਨ ਕਿਹਨਾਂ ਨੇ ਸਿਖਾਇਆ ਜਾਂ ਘਰ ਦੇ ਵਿੱਚ ਤੁਸੀਂ ਘਰ ਦੇ ਵਿੱਚ ਕੌਣ ਕਿਵੇਂ ਕੋਈ ਪਹਿਲਾਂ ਵੀ ਕੀਰਤਨ ਕਰਦਾ ਸੀ ਜੀ? ਘਰ 'ਚ ਮੰਮੀ ਕਰਦੇ ਸੀ, ਮਾਤਾ ਜੀ ਕਰਦੇ ਸੀ ਜੀ। ਅਤੇ ਫਿਰ ਜਦੋਂ ਸ਼ੌਕ ਇਹਦੀ ਇੰਨਾ ਲੱਗ ਗਿਆ ਵੀ ਸੁਣ ਸੁਣ ਕੇ ਕਾਪੀ ਕਰਨ ਦਾ। ਅੱਛਾ ਜੀ। ਹੈ ਨਾ, ਉਸ ਤੋਂ ਬਾਅਦ ਸੰਗੀਤ ਜਿਹੜਾ ਹੈਗਾ ਜੀ ਕਾਪੀ ਕਰਨ 'ਤੇ ਹੀ ਨਿਰਭਰ ਹੈ। ਜਦ ਤੱਕ ਕਾਪੀ ਕਰਨੀ ਨਹੀਂ ਆਈ ਉਦੋਂ ਤੱਕ ਇਹ ਕਲਾ ਸਿੱਖੀ ਨਹੀਂ ਜਾ ਸਕਦੀ। ਬੜਾ ਜ਼ਰੂਰੀ ਹੈ ਕੋਲ ਸ਼ਬਦ ਸੁਣ ਕੇ ਆਉਣਾ ਵੀ ਹਾਂ ਵੀ, ਕਿਉਂਕਿ ਕਰਨ ਦਾ ਆਨੰਦ ਤਾਂ ਉਹ ਅਲੱਗ ਹੈ, ਸੁਣਨ ਦਾ ਅਲੱਗ ਹੈ। ਜੀ ਜੀ ਜੀ। ਅਤੇ ਇਸ ਤਰ੍ਹਾਂ ਹੀ ਕਰਦਿਆਂ ਮੈਂ ਕਿਸੇ ਕੋਲ ਵਿਧੀਵਤ ਨਹੀਂ ਇਸ ਤਰ੍ਹਾਂ ਸਿੱਖਿਆ, ਮੈਂ PhD ਦੇ ਦੌਰਾਨ ਸਿੱਖਿਆ। ਘਰ ਵਿੱਚ ਮੈਮ ਕੌਣ ਕੌਣ ਹੈ ਜੀ? ਉਦੋਂ ਕੌਣ ਕੌਣ ਸੀ? ਉਦੋਂ ਇੱਕ ਮੇਰੀ ਸਿਸਟਰ ਹੈ, ਬ੍ਰਦਰ ਹੈ, ਅਸੀਂ ਮੈਂ ਵੱਡੀ ਹਾਂ ਸਭ ਤੋਂ। ਅੱਛਾ ਜੀ। ਹੈ ਨਾ, ਅਤੇ ਉਹ ਵੀ ਸ਼ੌਕੀਆ ਕਰਦੇ ਸੀ। ਬ੍ਰਦਰ ਵੀ ਕੀਰਤਨ ਕਰਦੇ? ਬ੍ਰਦਰ ਵੀ ਕਰਦੇ ਸੀ, ਪਰ ਬ੍ਰਦਰ ਹੁਣ ਨਹੀਂ ਕਰਦੇ ਕਿਉਂਕਿ ਜਦੋਂ ਇੱਕ ਵਾਰ ਲਾਈਨ ਟੁੱਟ ਜਾਂਦੀ ਹੈ, ਪੇਰੈਂਟਸ ਦਾ ਕਾਫੀ ਸੀ, ਬੈੱਡ 'ਤੇ ਸੀ ਪਾਪਾ ਵੀ, ਅਤੇ ਫਿਰ ਉਹਨਾਂ ਨੇ ਤਾਂ ਪਹਿਲਾਂ ਹੀ ਛੱਡਤਾ ਸੀ। ਸਿਸਟਰ ਅਜੇ ਵੀ ਕਰਦੀ ਜੀ, ਸਿਸਟਰ ਕਰਦੀ, ਉਹਨਾਂ ਦਾ ਬੇਟਾ, ਉਹਨਾਂ ਦੇ ਹਸਬੈਂਡ, ਜੀਜਾ ਜੀ ਸਾਡੇ, ਉਹ ਸਾਰੇ ਕਰਦੇ ਨੇ। ਕਦੋਂ ਸ਼ੁਰੂ ਕਰ ਲਿਆ ਸੀ? ਕਿਹੜਾ ਤੁਸੀਂ, ਤੁਹਾਡੀ ਏਜ ਕਿੰਨੀ ਕੁ ਹੋਏਗੀ ਉਦੋਂ ਜਦੋਂ ਦੀ ਪਹਿਲੀ ਵਾਰ ਕੀਰਤਨ ਕੀਤਾ? ਮੈਨੂੰ ਇੰਨਾ ਤਾਂ ਨਹੀਂ ਯਾਦ, ਮੈਨੂੰ ਇੰਨਾ ਥੋੜ੍ਹਾ ਬਹੁਤਾ ਇੱਦਾਂ ਜਦੋਂ ਮੈਂ 6th ਕਲਾਸ ਪੜ੍ਹਦੀ ਸੀ ਜੀ, ਉਦੋਂ ਆਸਾ ਦੀ ਵਾਰ ਦਾ ਕੀਰਤਨ ਕਰਨ ਮੈਂ ਜਾਂਦੀ ਸੀ। ਹਰ ਸੰਡੇ ਉੱਥੇ ਸਾਡੇ ਗੁਰਦੁਆਰੇ ਹੁੰਦੇ। ਕੀ ਬਾਤ ਹੈ। ਅਤੇ ਉਂਝ ਨਹੀਂ ਪਤਾ ਵੀ। ਦੇਖੋ, ਆਸਾ ਦੀ ਵਾਰ ਮੈਮ ਸਿੱਖਣੀ ਬੜੀ ਔਖੀ ਹੈ, ਅਤੇ ਜਦੋਂ ਕਹਿੰਦੇ ਆਸਾ ਦੀ ਵਾਰ ਸਿੱਖ ਲੈਂਦੇ ਨੇ ਜੀ ਰਾਗੀ ਸਿੰਘ, ਅਤੇ ਉਦੋਂ ਰਾਗੀ ਬਣਦਾ ਜਦੋਂ ਆਸਾ ਦੀ ਵਾਰ ਕੀਰਤਨ ਕਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਪਤਾ ਹੀ ਨਹੀਂ ਹੈਗਾ, ਮੈਂ ਉਦੋਂ 6ਵੀਂ ਕਲਾਸ 'ਚ ਪੜ੍ਹਦੇ ਸੀ। ਹਾਂਜੀ। ਅਤੇ ਕਦੋਂ ਮਤਲਬ ਉਹ ਕਿੰਨਾ ਪੁਰਾਣਾ, ਤੁਸੀਂ ਛੋਟੇ ਹੁੰਦੇ ਹੀ ਇਸ ਪਾਸੇ ਨੂੰ ਜੁੜੇ ਹੋਏ ਸੀ। ਆਸਾ ਦੀ ਵਾਰ ਤੁਸੀਂ 6ਵੀਂ ਕਲਾਸ ਦੇ ਵਿੱਚ ਉਹਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ? ਕੀਰਤਨ ਜਿਵੇਂ ਅਸੀਂ ਕਰਦੇ ਹਾਂ, ਠੀਕ ਹੈ, ਅਸੀਂ ਧਾਰਨਾ ਵਗੈਰਾ ਤੇ ਤਾਂ ਨਹੀਂ ਸੀ ਕਰਦੇ ਜੀ ਜੀ, ਪਰ ਅਸੀਂ ਬਾਣੀ ਦਾ ਹੀ ਕਰਦੇ ਸੀ। ਪਰ ਇਹ ਰਾਗ ਦੀ ਕੋਈ ਨੌਲੇਜ ਨਹੀਂ ਸੀ, ਇਸ ਦੇ ਬਾਰੇ ਕੋਈ ਪਤਾ ਨਹੀਂ ਸੀ। ਫਿਰ ਇੱਕ ਇੱਛਾ ਸੀ ਵੀ ਇਹਦੇ ਬਾਰੇ ਵੀ ਜਾਣਨਾ, ਪਰ ਉਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਵੀ ਨਹੀਂ ਸੀ ਆਸੇ ਪਾਸੇ ਵੀ ਕੋਈ ਸਿੱਖਦਾ। ਕਦੋਂ ਦਾ ਸਮਾਂ ਹੋਏਗਾ ਆਪਣਾ? ਕਿਉਂਕਿ ਜਦੋਂ ਦੇਖੋ ਮੈਂ 90 'ਚ ਆਈ ਸੀ ਪਟਿਆਲਾ,
ਜੀ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਵੀ ਮੈਂ ਕਰਨਾ ਅੱਗੋਂ ਕੰਮ। ਨਹੀਂ ਇਹ ਤਾਂ ਫਿਰ ਤੁਸੀਂ ਜਦੋਂ 6ਵੀਂ ਕਲਾਸ 'ਚ ਸੀ ਉਦੋਂ ਮੇਰੇ ਖਿਆਲ 80 ਦੇ ਨਹੀਂ 85 'ਚ ਤਾਂ ਮੈਂ BA ਕੀਤੀ ਹੈ ਜੀ। 85 'ਚ BA ਕੀਤੀ ਹੈ ਤਾਂ ਬਹੁਤ ਪੁਰਾਣੀ ਗੱਲ ਹੈ। ਪੁਰਾਣੀ ਗੱਲ ਹੈ। ਤੇ ਉਹ ਮਤਲਬ ਦੇਖੋ ਉਸ ਸਮੇਂ ਤੁਸੀਂ ਲਾ ਲਓ 80 ਤੋਂ ਪਹਿਲਾਂ ਦੀ ਗੱਲ ਹੈ, 6ਵੀਂ 'ਚ ਉਸ ਤੋਂ ਪਹਿਲਾਂ ਤੁਸੀਂ 6ਵੀਂ ਕਲਾਸ ਦੇ ਵਿੱਚ ਉਦੋਂ ਤੋਂ ਹੀ ਕੀਰਤਨ ਸ਼ੁਰੂ ਕਰ ਲਿਆ ਸੀ। 73 74 ਸ਼ਾਇਦ। ਹਾਂਜੀ ਤਾਂ ਲਗਭਗ 50 ਸਾਲ ਹੋ ਗਏ ਨੇ ਜੀ ਹੁਣ ਜੇ ਆਪਾਂ ਦੇਖੀਏ ਇਸ ਲਾਈਨ ਦੇ ਵਿੱਚ ਤੁਸੀਂ ਆਏ ਹੋ ਤੇ ਦ੍ਰਿੜਤਾ ਨਾਲ ਲੱਗੇ ਹੋਏ ਹੋ। ਹਾਂਜੀ। ਤੇ ਕੀ ਦਿੱਕਤਾਂ ਰਹੀਆਂ ਮੈਮ ਸ਼ੁਰੂ ਦੇ ਵਿੱਚ ਤੁਹਾਨੂੰ, ਜੇ ਜਿੱਦਾਂ ਕਿਉਂਕਿ ਨਾ ਮਾਹੌਲ ਸਮਾਜ ਦਾ ਸਮਾਜਿਕਤਾ ਵਰਤਾਰਾ ਤੁਸੀਂ ਦੇਖ ਰਹੇ ਆਪਣੇ, ਮੈਂ ਆਪ ਖੁਦ ਹੀ ਗੱਲ ਕਰਾਂ ਜੀ ਨਾ, ਮੇਰੇ ਘਰ ਦੇ ਵਿੱਚ ਮੈਂ ਤਾਂ 2000 ਦੇ ਵਿੱਚ ਸ਼ੁਰੂ ਕੀਤਾ ਜੀ ਕੀਰਤਨ ਸਿੱਖਣਾ ਜੀ। ਤੇ ਮੇਰੇ ਬ੍ਰਦਰ ਜਿਹੜਾ ਸੀ ਉਹ ਘਰ ਦੇ ਵਿੱਚ ਜਦੋਂ ਮੈਂ ਕੀਰਤਨ ਸ਼ੁਰੂ ਕਰਨਾ ਜਾਂ ਰਿਆਜ਼ ਕਰਨਾ ਤਾਂ ਉਹ ਕਿਹੋ ਜਿਹੀਆਂ ਗਏ ਗੱਲਾਂ, ਕੋਈ ਉਹਨਾਂ ਨੇ ਇਸ ਤਰ੍ਹਾਂ ਤਾਂ ਕਹਿ ਦੇਣਾ ਵੀ ਭਾਈ ਮੰਗਣੇ ਵਾਲੇ ਆ ਗਿਆ ਤਾਂ ਇਹਨਾਂ ਨੂੰ ਰੋਟੀ ਉਹ ਕਰੋ, ਆਟਾ ਪਾ ਦਿਓ, ਦਾਣੇ ਪਾ ਦਿਓ। ਮਤਲਬ ਇਹੋ ਜਿਹੇ ਘਰ ਦੇ ਮਾਹੌਲ ਮੈਂ ਖੁਦ ਫੇਸ ਕੀਤੇ ਹੋਏ ਹੈ ਵੀ ਇਹ ਲਾਈਨ ਜਿਹੜੀ ਸੰਗੀਤ ਵਾਲੀ ਵੀ ਤੁਸੀਂ ਵਿਚਰੇ ਹੋ ਇਸ ਲਾਈਨ ਦੇ ਵਿੱਚ, ਆਪਾਂ ਸਾਰੇ ਦੇਖਦੇ ਹਾਂ ਵੀ ਇਸ ਲਾਈਨ ਵੱਲ ਆਉਣਾ ਹੀ ਵੱਡੀ ਗੱਲ ਹੈ। ਫਿਰ ਉਹ ਕਿਵੇਂ ਦੀਆਂ ਦਿੱਕਤਾਂ ਤੁਹਾਨੂੰ ਸਾਹਮਣੇ ਕਰਨੀ ਪਈਆਂ? ਚੰਗਾ ਨਹੀਂ ਸਮਝਿਆ ਜਾਂਦਾ ਸੀ, ਪਰ ਇਹ ਮੈਂ ਖੁਸ਼ਕਿਸਮਤ ਆ ਵੀ ਮੈਨੂੰ ਪਰਿਵਾਰ ਦਾ ਮਾਹੌਲ ਹਮੇਸ਼ਾ ਉਹਨਾਂ ਨੇ ਐਨਕਰੇਜ ਕੀਤਾ ਜੀ, ਹੈ ਨਾ, ਵੀ ਪੇਰੈਂਟਸ ਵੱਲੋਂ ਵੀ, ਫਿਰ ਅੱਗੋਂ ਮੈਰਿਜ ਹੋਈ ਹਸਬੈਂਡ ਵੱਲੋਂ ਵੀ, ਕਿਉਂਕਿ ਉਹ ਵੀ ਕੀਰਤਨ ਕਰਦੇ ਨੇ ਜੀ, ਹੈ ਨਾ। ਉਹਨਾਂ ਨੂੰ ਸ਼ੁਰੂ ਤੋਂ ਸੀ ਨਾ, ਉਹ ਨਿਸ਼ਕਾਮ ਕੀਰਤਨੀ ਜਥਾ ਉਹਨਾਂ ਦਾ। ਬਿਲਕੁਲ ਜੀ। ਤੇ ਉਹ ਕਿਉਂਕਿ ਉਹ ਮੇਰੀ ਸਮਝ ਸਕਦੇ ਸੀ ਜੀ, ਕਿਉਂਕਿ ਜਿਹੜਾ ਇਸੇ ਲਾਈਨ 'ਚ ਹੋਵੇ ਉਹ ਹੀ ਸਮਝ ਸਕਦਾ। ਤੇ ਬਾਕੀ ਮੈਨੂੰ ਇੰਝ ਲੱਗਦਾ ਵੀ ਪਰਿਵਾਰ ਵੱਲੋਂ ਮਿਲਣਾ ਚਾਹੀਦਾ, ਬਾਕੀ ਦਾ ਕੋਈ ਸਾਥ ਨਹੀਂ ਦਿੰਦਾ। ਬਿਲਕੁਲ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਮੈਮ ਦੇ ਹਸਬੈਂਡ ਜਿਹੜੇ ਨੇ ਕੰਵਰ ਹਰਵਿੰਦਰ ਸਿੰਘ ਜੀ, ਉਹ ਇੱਕ ਸਰਕਾਰੀ ਜੋਬ ਆਪਣੇ ਇਲੈਕਟ੍ਰੀਸਿਟੀ ਵਿਭਾਗ ਦੇ ਵਿੱਚ ਕਰਦੇ ਨੇ, ਤਾਂ ਨਾਲ ਉਹ ਨਿਸ਼ਕਾਮ ਕੀਰਤਨੀ ਜਥਾ ਦੇ ਤੌਰ 'ਤੇ ਉਹ ਨਿਸ਼ਕਾਮ ਕੀਰਤਨ ਵੀ ਕਰਦੇ ਨੇ। ਅਤੇ ਸਾਡੇ ਤਾਂ ਤੇ ਰੋਪੜ ਦੇ ਇਲਾਕੇ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਵੀ ਹੈ ਅਤੇ ਬਹੁਤ ਹੀ ਭਾਵਨਾ ਦੇ ਨਾਲ ਕੀਰਤਨ ਕਰਦੇ ਨੇ। ਜਿਹੜੇ ਆਪਣੇ ਸਰੋਤੇ ਨੇ ਉਹ YouTube 'ਤੇ ਜਾ ਕੇ ਕੰਵਰ ਹਰਵਿੰਦਰ ਸਿੰਘ ਤੁਸੀਂ ਭਰੋਗੇ ਤਾਂ ਤੁਸੀਂ ਦੇਖੋਗੇ। ਸੋ ਇਹ ਮਾਹੌਲ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਮੈਮ ਬਣਦਾ ਜੀ। ਤੁਹਾਨੂੰ ਪਿੱਛੋਂ ਵੀ ਕੀਰਤਨ ਮਿਲਿਆ, ਗਾਹਾਂ ਵੀ ਤੁਹਾਨੂੰ ਉਹ ਲਾਈਨ ਮਿਲ ਗਈ, ਅਤੇ ਇਹ ਇੱਕ ਬਖਸ਼ਿਸ਼ ਸੀ। ਬਿਲਕੁਲ, ਬਹੁਤ ਪਰਮਾਤਮਾ ਦੀ ਬਖਸ਼ਿਸ਼ ਸੀ। PhD ਦੇ ਦੌਰਾਨ ਵੀ ਮੈਂ ਪੇਰੈਂਟਸ ਕੋਲ ਰਹਿ ਕੇ PhD ਕੀਤੀ ਹੈ। ਕੀਰਤਨ ਤੁਸੀਂ ਘਰ 'ਚ ਮਾਤਾ ਤੋਂ ਸਿੱਖਿਆ, ਚਲੋ ਸ਼ੁਰੂ ਕਰ ਲਿਆ ਉਹਨਾਂ ਤੋਂ, ਉਸ ਤੋਂ ਬਾਅਦ ਤੁਸੀਂ ਬਾਹਰ ਜੇ ਕਿਤੇ ਸਿੱਖਿਆ ਜਾਂ ਕੋਈ ਉਸਤਾਦ ਕੋਲ ਜਾਂ ਕੋਈ ਰਾਗੀ ਕੋਲ, ਕਿਵੇਂ ਤੁਸੀਂ ਕੀਰਤਨ ਦੀ ਸਿੱਖਿਆ ਜਿਹੜੀ ਪ੍ਰਾਰੰਭ ਕੀਤੀ? ਵਿਧੀਵਤ ਜੇ ਆਪਾਂ ਕਹਿ ਦਿੰਦੇ ਹਾਂ, ਕੀਰਤਨ ਦੀ ਵਿਧੀਵਤ ਨਹੀਂ ਮੈਂ ਸਿੱਖਿਆ ਲਈ। ਅੱਛਾ ਜੀ। ਮੈਨੂੰ ਤਾਂ ਜਿਹੜੀ ਚੀਜ਼ ਚੰਗੀ ਲੱਗਦੀ ਸੀ ਜਾਂ ਮੈਂ ਆਪਣੇ ਮਨ ਦੀ ਮੌਜ ਨਾਲ ਹੀ ਬੰਦਿਸ਼ ਬਣਾਤੀ, ਚਲੋ ਜੀ ਗਾ ਲਿਆ ਜੀ, ਹੈ ਨਾ, ਇਸ ਤਰ੍ਹਾਂ ਹੀ ਕੀਤਾ। ਮਤਲਬ ਕਾਪੀ ਕਰ ਲੈਂਦੇ ਤੁਸੀਂ ਉਹ? ਹਾਂ, ਉਹ ਇੰਝ ਇਹ ਪਰਮਾਤਮਾ ਦੀ ਬਖਸ਼ਿਸ਼ ਸੀ ਵੀ ਅਸੀਂ ਹਰ ਧੁਨ ਕੱਢ ਲਈਦਾ। ਫਿਰ ਉਸ ਟਾਈਮ ਕਿਸ ਰਾਗੀ ਨੂੰ ਜ਼ਿਆਦਾ ਘਰ 'ਚ ਵਿੱਚ ਸੁਣਦੇ ਸੀ ਜਾਂ ਕਿਵੇਂ? ਉਹੀ ਮੈਮ 80 ਤੋਂ ਬਾਅਦ ਤਾਂ ਮਾਹੌਲ ਵੀ ਪੰਜਾਬ ਦਾ ਜਿਹੜਾ ਹੈਗਾ, ਮਤਲਬ 70 ਤੋਂ ਬਾਅਦ ਹੀ ਮਾਹੌਲ ਜਿਹੜਾ ਪੰਜਾਬ ਦਾ ਉਹ ਵੀ ਬੜਾ ਸੰਵੇਦਨਸ਼ੀਲ ਬਣ ਗਿਆ ਸੀ। ਉਦੋਂ ਉਸ ਮਾਹੌਲ ਦੇ ਵਿੱਚ ਰਾਹੀਂ ਅਸੀਂ ਸੁਣਦੇ ਸੀ। ਭਾਈ ਬਖਸ਼ੀਸ਼ ਸਿੰਘ ਹੋ ਗਏ, ਹਾਂਜੀ ਹਾਂਜੀ, ਹੈ ਨਾ, ਇਹਨਾਂ ਦੇ ਜੇ ਅਸੀਂ ਉਹਦੇ ਗੁਰਮਤਿ ਸੰਗੀਤ ਦੇ ਪੱਖ ਨਾਲ ਦੇਖੀਏ ਤਾਂ ਇਹਨਾਂ ਦਾ ਸੀ ਜਖਮੀ ਸਾਹਿਬ ਹੋ ਗਏ ਜੀ। ਭਾਈ ਦਰਬਾਰ ਸਿੰਘ। ਤੁਸੀਂ ਫਿਰ ਮਿਊਜ਼ਿਕ ਨਾਲ ਫਿਰ ਕਦੋਂ ਆਪਣੇ ਪੜ੍ਹਾਈ ਦੇ ਵਿੱਚ ਕਦੋਂ ਸ਼ੁਰੂ ਕੀਤਾ ਤੁਸੀਂ ਵਿਸ਼ੇ ਦੇ ਤੌਰ 'ਤੇ? ਵਿਸ਼ੇ ਦੇ ਤੌਰ 'ਤੇ ਜੀ ਪਹਿਲਾਂ ਤਾਂ ਇੱਥੇ ਸਰਕਾਰੀ ਕਾਲਜ ਰੋਪੜ 'ਚ BA ਕੀਤੀ ਹੈ। ਅੱਛਾ, BA ਦੇ ਵਿੱਚ ਪਲੱਸ 2 ਦੇ ਵਿੱਚ ਨਹੀਂ? ਪਲੱਸ 2 'ਚ ਹੈ ਨਹੀਂ ਸੀ ਇੱਥੇ ਉਦੋਂ, +1 +2 ਨਹੀਂ ਹੁੰਦੀ ਸੀ ਉਦੋਂ, ਹਾਇਰ ਸੈਕੰਡਰੀ ਹੁੰਦੀ ਸੀ। ਹਾਇਰ ਸੈਕੰਡਰੀ ਹੁੰਦੀ, ਅੱਛਾ ਜੀ। ਉਹਦੇ 'ਚ ਹੈ ਨਹੀਂ ਸੀ ਇੱਥੇ, ਅਤੇ ਉਦੋਂ BA ਕੀਤੀ। ਫਿਰ ਮੈਂ MA ਕੀਤੀ GCG ਸੈਕਟਰ 11 ਪਟਿਆਲਾ, ਚੰਡੀਗੜ੍ਹ ਜੀ। ਉੱਥੋਂ MA ਕੀਤੀ ਮਿਊਜ਼ਿਕ ਵੋਕਲ ਦੀ। ਅੱਛਾ ਜੀ। ਫਿਰ ਲੱਗਿਆ ਵੀ ਨਹੀਂ ਇਸ ਪਾਸੇ ਜਾਣਾ ਜੀ। ਫਿਰ ਰੱਬ ਸਬਬ ਹੀ ਮੈਨੂੰ ਡਾਕਟਰ ਸਾਹਿਬ ਨਾਲ ਮੇਲ ਹੋਇਆ, ਡਾਕਟਰ ਗੁਰਨਾਮ ਸਿੰਘ ਜੀ ਨਾਲ। ਡਾਕਟਰ ਗੁਰਨਾਮ ਸਿੰਘ ਜੀ। ਅਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਮੈਂ ਇਸ ਅਧਿਆਤਮਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਸੰਗੀਤ ਨਾਲ ਸਿੱਖਣਾ ਚਾਹੁੰਦੀ ਹਾਂ, ਕੁਛ ਨਵੀਂ ਚੀਜ਼ ਕਰਨਾ ਚਾਹੁੰਦੀ। ਇਹ ਮੇਰਾ ਕਦੋਂ ਕਦੀ ਗੱਲ ਹੈ ਮੈਮ? ਇਹ 90 'ਚ 90 ਦੀ। ਅੱਛਾ, 90 ਜਨਵਰੀ 'ਚ ਮੈਂ ਗਈ ਸੀ ਉਹਨਾਂ ਕੋਲ। ਅੱਛਾ ਜੀ। ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਮੇਰਾ ਜਿਹੜਾ ਝੁਕਾਅ ਹੈ, ਉਹਨਾਂ ਨੇ ਪੁੱਛਿਆ ਸੀ ਕਿਹੜਾ ਮਿਊਜ਼ਿਕ ਤੁਹਾਨੂੰ ਪਸੰਦ ਹੈ, ਕਿਉਂਕਿ ਮਿਊਜ਼ਿਕ ਦੀਆਂ ਵੀ ਤਾਂ ਕਿੰਨੀਆਂ ਹੈ ਨਾ, ਗਜ਼ਲ ਹੈ, ਕੁਝ ਸ਼ਬਦ ਹੈ, ਅਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਮੇਰਾ ਝੁਕਾਅ ਇੱਧਰ। ਉਦੋਂ ਇਹ ਨਹੀਂ ਪਤਾ ਸੀ ਕਿਉਂਕਿ ਕਿ ਗੁਰਮਤਿ ਸੰਗੀਤ ਕੀ ਹੈ, ਕਿਉਂਕਿ ਉਦੋਂ ਤਾਂ
ਨਾਮ ਵੀ ਨਹੀਂ ਸੀ ਗੁਰਮਤਿ ਸੰਗੀਤ ਦਾ ਜੀ। ਤੇ ਚਲੋ ਉਹਨਾਂ ਨੇ ਵੀ ਪ੍ਰੀਖਿਆ ਲਈ ਜੀ ਹਨਾ, ਕਿਤਾਬਾਂ ਪੜ੍ਹਨ ਨੂੰ ਦੇ ਦੇਣੀਆਂ, ਰੋਜ਼ ਘੁਮਾਇਆ ਬਹੁਤ ਜੀ ਹਨਾ, ਫਿਰ ਸ਼ਾਇਦ ਮੈਂ ਉਸ ਤੇ ਪਾਸ ਹੋ ਗਈ। ਹਾਂਜੀ ਹਾਂਜੀ ਬਿਲਕੁਲ। ਉਸਤਾਦ ਜਿਹੜੇ ਪੁਰਾਣੇ ਸਮੇਂ, ਹੁਣ ਤਾਂ ਵੱਖਰਾ ਹੋ ਗਿਆ ਕੰਮ ਨੇ ਜੀ, ਪੁਰਾਣੇ ਸਮੇਂ ਦੇ ਵਿੱਚ ਉਹ ਬੰਦੇ ਨੂੰ ਦੇਖਦੇ ਨੇ ਵੀ ਹਾਂ ਕਿਵੇਂ ਕੌਣ ਬੰਦਾ ਕਿੱਥੇ ਤੱਕ। ਇਹ ਵੀ ਹੋ ਜਾਂਦਾ ਨਾ ਵੀ ਹਾਂ ਜੀ ਇਹ ਵਿਆਹ ਹੋਇਆ ਹੈ, ਕਿੱਥੇ ਲਾਈਨ ਔਖੀ ਹੈ, ਟਾਈਮ ਦੇ ਨਹੀਂ ਪਾਣਗੇ, ਸ਼ੌਕ ਤਾਂ ਕਈਆਂ ਨੂੰ ਹੁੰਦੇ ਹੈ ਜੀ ਹਨਾ। ਤੇ ਫਿਰ ਜਦੋਂ ਹੋਇਆ ਫਿਰ ਮੈਂ ਉਹਨਾਂ ਨੂੰ ਕਿਹਾ ਨਹੀਂ ਜੀ ਮੈਂ ਤਾਂ ਕਰਨਾ ਹੀ ਇਹੀ ਹੈ ਜੀ। ਫਿਰ ਕਹਿੰਦੇ ਆ ਜਾਓ ਮੈਦਾਨ 'ਚ। ਜੀ ਜੀ ਫਿਰ ਸ਼ੁਰੂਆਤ ਕੀਤੀ ਜੀ। ਫਿਰ ਤੁਸੀਂ ਇਹ ਪਟਿਆਲੇ ਰਹਿ ਕੇ ਕੀਤਾ ਜੀ? ਮੈਂ ਪਟਿਆਲੇ ਰਹਿ ਕੇ ਕੀਤੀ ਪੇਰੈਂਟਸ ਕੋਲ। PhD ਤੁਸੀਂ ਫਿਰ ਪਟਿਆਲਾ ਯੂਨੀਵਰਸਿਟੀ ਤੋਂ ਕੀਤੀ? ਨਹੀਂ ਜੀ, ਪੰਜਾਬ ਯੂਨੀਵਰਸਿਟੀ। ਪੰਜਾਬ ਯੂਨੀਵਰਸਿਟੀ ਤੋਂ। ਅੱਛਾ, ਨਾਨਕ ਸਿੱਖ ਸਟੱਡੀਜ਼ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ, ਰਹਿ ਕੇ ਪਟਿਆਲਾ ਤੇ ਡਾਕਟਰ ਸਾਹਿਬ ਦੇ ਅੰਡਰ ਕੀਤੀ, ਡਾਕਟਰ ਗੁਰਨਾਮ ਸਿੰਘ ਦੇ ਅੰਡਰ। ਠੀਕ ਹੈ ਜੀ। ਕਿਹੜਾ ਵਿਸ਼ਾ ਮੈਮ ਫਿਰ ਤੁਸੀਂ ਰੱਖਿਆ ਆਪਣੀ PhD ਦਾ ਜੀ? ਮੇਰਾ ਸੀ ਜੀ ਗੁਰਮਤਿ ਸੰਗੀਤ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੇ ਵਿਭਿੰਨ ਤੱਤ। ਠੀਕ ਹੈ ਜੀ, ਗੁਰਮਤਿ ਸੰਗੀਤ ਦੇ ਵਿੱਚ। ਕਿਉਂਕਿ ਉਦੋਂ ਸ਼ਾਸਤਰੀ ਸੰਗੀਤ ਨਾਲ ਕੰਪੈਰੀਜ਼ਨ ਸੀ ਜੀ ਜੀ ਜੀ। ਤੇ ਪਰ ਉਦੋਂ ਇਹ ਸੀ ਜਦੋਂ ਨਾਮ ਸੀ, ਪਹਿਲਾਂ ਬਾਣੀ ਸੰਗੀਤ ਰੱਖਿਆ, ਫਿਰ ਕਹਿੰਦੇ ਨਹੀਂ, ਫਿਰ ਗੁਰਬਾਣੀ ਸੰਗੀਤ ਰੱਖਿਆ ਜੀ। ਫਿਰ ਮੈਂ ਰਜਿਸਟ੍ਰੇਸ਼ਨ ਇੱਕ ਵਾਰ ਫਾਰਮ ਭਰਤਾ ਸੀ, ਫਿਰ ਦੁਬਾਰਾ ਭਰਿਆ, ਫਿਰ ਗੁਰਮਤਿ ਸੰਗੀਤ ਤੇ ਕੀਤਾ। ਇਹ ਗੁਰਬਾਣੀ ਸੰਗੀਤ ਤੇ ਗੁਰਮਤਿ ਸੰਗੀਤ 'ਚ ਕੀ ਫਰਕ ਹੈ ਮੈਮ? ਇਹ ਗੁਰਬਾਣੀ ਇਹ ਤਾਂ ਹੋ ਗਿਆ ਨਾ ਗੁਰੂ ਦੀ ਬਾਣੀ ਗਾਣਾ ਹੈ ਨਾ, ਗੁਰੂ ਜਿਹੜਾ ਮਰਜ਼ੀ ਹੋਵੇ ਉਹਦੀ ਬਾਣੀ ਨੂੰ ਗਾਣਾ, ਗੁਰਬਾਣੀ ਸੰਗੀਤ। ਵੈਸੇ ਤਾਂ ਗੁਰਬਾਣੀ ਸੰਗੀਤ, ਜੇ ਗੁਰਬਾਣੀ ਤਾਂ ਆਪਾਂ ਜ਼ਿਆਦਾਤਰ ਸਿੱਖ ਧਰਮ ਦੇ ਸੰਦਰਭ ਦੇ ਵਿੱਚ ਹੀ ਲੈਂਦੇ ਆ ਗੁਰਬਾਣੀ। ਹਾਂਜੀ। ਤੇ ਗੁਰਮਤਿ ਸੰਗੀਤ ਹੋ ਗਿਆ ਗੁਰੂ ਦੀ ਮੱਤ ਅਨੁਸਾਰ ਗਾਣਾ, ਗੁਰੂ ਦੀ ਮੱਤ ਅਨੁਸਾਰ। ਜਿਵੇਂ ਸਾਨੂੰ ਇਹ ਸਿਧਾਂਤ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲਦੇ ਨੇ। ਬਿਲਕੁਲ ਜੀ। ਗੁਰੂ ਹੁਣ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਉਹਨਾਂ ਦੀ ਮੱਤ ਦੇ ਅਨੁਸਾਰ ਹੀ ਜਿਹੜਾ ਆਪਾਂ ਜੋ ਜਿਸ ਤਰ੍ਹਾਂ ਉਹ ਸਾਨੂੰ ਸੇਧ ਦਿੰਦੇ ਨੇ ਉਹ ਉਸ ਹਿਸਾਬ ਨਾਲ ਗਾਣਾ, ਉਹਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ ਜੀ। ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਕਿਵੇਂ ਦੀ ਸੇਧ ਮੈਮ ਤੁਸੀਂ ਕਹਿ ਰਹੇ ਹੋ? ਜਿਵੇਂ ਜੀ ਰਾਗ ਹੈ ਜੀ ਹੈ ਨਾ, ਜਿਹੜਾ ਰਾਗ ਨਿਰਧਾਰਿਤ ਹੈ ਉਸ ਰਾਗ 'ਚ ਬਾਣੀ ਨੂੰ ਗਾਣਾ। ਓਕੇ ਜੀ ਜੀ। ਰਹਾਉ ਹੈ, ਸਥਾਈ ਮੰਨਣਾ ਜੀ ਹੈ ਨਾ, ਤੇ ਵੀ ਨਹੀਂ ਤੇ ਅਸੀਂ ਆਪਣੀ ਮਨ ਮਰਜ਼ੀ ਨਾਲ ਸਥਾਈ ਵੀ ਚੇਂਜ ਕਰ ਸਕਦੇ ਹਾਂ ਜੀ। ਉਹ ਤਾਂ ਮਨ ਮਰਜ਼ੀ ਨਹੀਂ ਨਾ, ਮਨ ਮਰਜ਼ੀ ਜੋ ਉਹਦਾ ਸਿਧਾਂਤ ਹੈ। ਜੇ ਰਹਾਉ ਸਾਡੇ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਵੀ ਰਾਗੀ ਸਿੰਘ ਵੀ ਉਹਦੀ ਸਥਾਈ ਬਣਾ ਲੈਂਦੇ ਆ, ਰਹਾਉ ਵਾਲੀ ਪੰਕਤੀ ਤਾਂ ਦੂਰ ਦੀ ਹੈ, ਤੇ ਕੋਈ ਵੀ ਪੰਕਤੀ ਲੈ ਕੇ ਉਹਨੂੰ ਸੈਂਟਰ 'ਚ ਤੋੜ ਕੇ ਅਗਲੀ ਪੰਕਤੀ ਅੱਗੇ ਲਾ ਕੇ ਪਿੱਛੇ ਲਾ ਕੇ ਮਤਲਬ ਮੌਕੇ ਨੂੰ ਦੇ ਕੇ ਉਹ ਬਣਾਉਂਦੇ। ਇਹ ਕਿਵੇਂ? ਕਿਉਂਕਿ ਮੈਨੂੰ ਇੰਝ ਲੱਗਦਾ ਹੈ ਵੀ ਗੁਰਮਤਿ ਸੰਗੀਤ ਬਾਣੀ ਪ੍ਰਧਾਨਤਾ, ਬਾਣੀ ਪ੍ਰਧਾਨਤਾ। ਜਿਸ ਤਰ੍ਹਾਂ ਅਸੀਂ ਉਹਦੀ ਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਜੀ, ਤੇ ਜਦੋਂ ਅਸੀਂ ਬਾਣੀ ਦੀ ਵਿਆਖਿਆ ਜਿਵੇਂ ਕਰਦੇ ਹਾਂ ਨਾ ਅਸੀਂ ਜੀ ਜੀ, ਉਸੇ ਤਰ੍ਹਾਂ ਹੀ ਉਹਨੂੰ ਗਾਣਾ ਚਾਹੀਦਾ ਜੀ। ਜਿਵੇਂ ਆਪਾਂ ਕਹਿੰਦੇ ਸੈਂਟਰਲ ਆਈਡੀਆ ਉਹ ਰਹਾਉ ਦੀ ਤੁਕ 'ਚ ਹੈ ਨਾ, ਉਹ ਵਿਆਖਿਆ ਜਦੋਂ ਅਸੀਂ ਕਰਦੇ ਹਾਂ ਅੰਕਾਂ ਵਿੱਚ ਉਹਦੀ ਉਦਾਹਰਨ ਹੈ, ਅਸੀਂ ਉਸੇ ਤਰ੍ਹਾਂ ਕਰਦੇ ਹਾਂ ਨਾ, ਉਸੇ ਤਰ੍ਹਾਂ ਹੀ ਅਸੀਂ ਗਾਣਾ ਗਾਇਨ ਕਰਨਾ। ਤੇ ਅੰਕ ਹੈ ਉਹ ਅੰਤਰੇ ਹੈ, ਜਿੱਥੇ ਰਹਾਉ ਦੀ ਤੁਕ ਬਦਲ ਜਾਂਦੀ ਹੈ, ਸਮੱਸਿਆ ਦਾ ਸਮਾਧਾਨ ਹੋ ਗਿਆ ਪਹਿਲੀ ਦਾ, ਫਿਰ ਉਹ ਰਹਾਉ ਦੀ ਤੁਕ ਬਦਲ ਜਾਂਦੀ ਹੈ ਜੀ। ਤੇ ਅਸੀਂ ਸੈਕਿੰਡ ਨੂੰ ਅਸੀਂ ਕਈ ਸ਼ਬਦਾਂ ਵਿੱਚ 2 ਰਹਾਉ ਵੀ ਹੈ, 3 ਵੀ ਹੈ, 4 ਵੀ ਹੈ। ਹਾਂਜੀ, ਉਸੇ ਤਰ੍ਹਾਂ ਅਸੀਂ ਸਥਾਈ ਉਹਨੂੰ ਚੇਂਜ ਕਰਨਾ ਜੀ ਹੈ ਨਾ, ਉਹਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ। ਇਹ ਸਾਨੂੰ ਸੇਧ ਗੁਰਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ। ਹਾਂਜੀ ਜੀ 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 ਹੈ ਨਾ। ਤੇ ਸੋ ਅੱਜ ਕੱਲ੍ਹ ਜਿਵੇਂ ਹੁਣ ਪਿੱਛੇ ਜਿਹੇ ਇੱਕ ਰਾਗੀ ਸਿੰਘ ਤਾਂ ਕਿਵੇਂ ਕੀ ਗਾਣਾ ਚਾਹੀਦਾ ਰਾਗੀ ਸਿੰਘਾਂ ਨੂੰ? ਜਿਵੇਂ ਆਪਾਂ ਗੁਰਬਾਣੀ ਗੁਰਮਤਿ ਸੰਗੀਤ ਤੁਸੀਂ ਕਿਹਾ ਵੀ ਸ਼ਬਦ ਪ੍ਰਧਾਨ ਸੰਗੀਤ ਹੈ, ਤੇ ਕੀਰਤਨੀਆਂ ਲਈ ਹੈ ਵੀ ਸ਼ਬਦ ਪ੍ਰਧਾਨਤਾ ਰਹੇ ਉਹਨਾਂ ਦੀ। ਅਤੇ ਸਾਡੇ ਤਾਂ ਰਾਗੀ ਸਿੰਘ ਜਿਹੜੇ ਹੈਗੇ ਉਹ ਕਈ ਵਾਰੀ ਸਟੇਜ 'ਤੇ ਗੁਰਬਾਣੀ ਦੇ ਵਿੱਚ ਕਈ ਬਾਹਰਲੀਆਂ ਤੁਕਾਂ ਜਿਹੜੀਆਂ ਲੈ ਕੇ ਉਹ ਪ੍ਰਮਾਣ ਦੇ ਦਿੰਦੇ ਹੈ। ਤੁਹਾਨੂੰ ਕੀ ਲੱਗਦਾ ਵੀ ਇਹ ਗੁਰਮਤਿ ਸੰਗੀਤ ਜਾਂ ਸ਼ਬਦ ਕੀਰਤਨ ਦੀ ਮਰਿਆਦਾ ਹੈ ਜੀ? ਨਹੀਂ, ਪ੍ਰਮਾਣ ਅਸੀਂ ਦੇ ਸਕਦੇ ਹਾਂ ਬਾਣੀ ਦੀ ਜਿਹੜੀ ਤੁਕ ਹੈ, ਜਿਹੜੇ ਉਹਦੇ ਭਾਵ ਨੇ ਉਹਦੇ ਨਾਲ ਮਿਲਦੇ ਜੁਲਦੇ ਜੀ ਹੈ ਨਾ। ਬਾਣੀ ਹੋਣੀ ਚਾਹੀਦੀ, ਗੁਰੂ ਗ੍ਰੰਥ ਸਾਹਿਬ ਤੇ ਆਧਾਰਿਤ ਬਾਣੀ। ਮੈਂ ਤੁਹਾਨੂੰ ਮੇਰੇ ਹੁਣ ਮਨ 'ਚ ਤਾਂ ਆਈ ਹੈ ਵੀ 1-2 ਦਿਨ ਪਹਿਲਾਂ ਹੀ ਆ ਪਿੱਛੇ ਜੇ ਇੱਕ ਆਇਆ ਵੀ ਰਾਗੀ ਸਿੰਘਾਂ ਨੇ ਸਟੇਜ 'ਤੇ, ਚੰਗੇ ਰਾਗੀ ਸੀ, ਵਧੀਆ ਉਹਨਾਂ ਨੇ ਸਟੇਜ 'ਤੇ ਗਾ ਦਿੱਤਾ, ਵਿੱਚ ਸ਼ਬਦ ਗਾ ਰਹੇ ਸੀ ਰਾਮ ਬੀਣ ਬਾਜੀ, ਕੁਛ ਇੱਦਾਂ ਦਾ ਉਹਨਾਂ ਦਾ ਸੀ। ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਭਜਨ ਸੀ, ਗੀਤ ਸੀ ਆਪਣੇ, ਉਹ ਗਾਇਆ ਵੀ ਕ੍ਰਿਸ਼ਨਾ ਤੇਰੀ ਮੁਰਲੀ ਦੇ ਭਲਾ ਕੌਣ ਨਹੀਂ ਨੱਚਦਾ। ਮਤਲਬ ਇਸ ਤਰ੍ਹਾਂ ਦੇ ਹਵਾਲੇ ਦੇਣੇ ਨਹੀਂ, ਇਹ ਗਲਤ ਹੈ।
ਮੈਂ ਉਹੀ ਕਹਿ ਰਹੀ ਨਾ, ਗੁਰੂ ਗ੍ਰੰਥ ਸਾਹਿਬ ਤੇ ਆਧਾਰਿਤ ਬਾਣੀ ਜੋ ਜੀ, ਉਹਦਾ ਪ੍ਰਮਾਣ ਅਸੀਂ ਜਿਸ ਰਾਗ 'ਚ ਅਸੀਂ ਗਾ ਰਹੇ ਹਾਂ ਉਹਦੇ ਵਿੱਚ ਅਸੀਂ ਦੇ ਸਕਦੇ ਹਾਂ। ਜੀ ਜੀ ਹੈ ਨਾ, ਬਾਹਰ ਇਹ ਹੈ ਹੀ ਬਾਣੀ ਪ੍ਰਧਾਨ ਹੈ ਜੀ। ਫਿਰ ਬਾਣੀ ਤੋਂ ਬਿਨਾਂ ਤਾਂ ਕੋਈ ਗੱਲ ਹੀ ਨਹੀਂ। ਮੈਮ ਤੁਸੀਂ ਜਦੋਂ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦਾ ਤੁਸੀਂ ਇੱਕ ਤੁਲਨਾਤਮਕ ਅਧਿਐਨ ਕੀਤਾ ਹੈ, ਜਾਂ ਕਿਵੇਂ ਸ਼ੁਰੂਆਤ ਤੁਹਾਡਾ ਉਹ ਮੁੱਢਲਾ ਕਾਰਜ ਸੀ, ਹੁਣ ਤੋਂ ਵਾਸਤਾ ਕਾਰਜ ਕਾਫੀ ਵੀ ਹੋਰ ਵੀ ਹੋਏ ਹੋਣਗੇ, ਤੇ ਉਹ ਕਿਵੇਂ ਦੇਖਦੇ ਹੋ ਤੁਸੀਂ ਗੁਰਮਤਿ ਸੰਗੀਤ ਨੂੰ ਔਰ ਸ਼ਾਸਤਰੀ ਸੰਗੀਤ ਨੂੰ, ਕਿਵੇਂ ਵੱਖਰਤਾ ਕਿਵੇਂ ਦੇਖਦੇ ਆ ਆਪਣੀ ਜੀ? ਸ਼ਾਸਤਰੀ ਸੰਗੀਤ ਕਲਾ ਪ੍ਰਧਾਨ ਹੈ ਨਾ, ਇਹ ਬਾਣੀ ਪ੍ਰਧਾਨ ਹੈ। ਸਭ ਤੋਂ ਮੇਨ ਤਾਂ ਇਹੀ ਹੈ ਜੀ ਜੀ ਜੀ, ਹੈ ਨਾ। ਬਾਕੀ ਸ਼ੈਲੀ ਠੀਕ ਹੈ, ਸ਼ਾਸਤਰੀ ਸੰਗੀਤ ਦਾ ਗਿਆਨ ਹੋਣਾ ਚਾਹੀਦਾ ਜੀ, ਹੈ ਨਾ, ਕਿਉਂਕਿ ਉਹ ਸੰਗੀਤ ਹੈ ਜੀ, ਸੰਗੀਤ ਦੇ ਨਾਲ ਅਸੀਂ ਬਸ ਸ਼ੈਲੀ ਅਲੱਗ ਹੋ ਜਾਂਦੀ ਜੀ, ਹੈ ਨਾ। ਇੱਥੇ ਮੈਂ ਨਹੀਂ ਹੈ, ਕੀ ਬਾਤ ਹੈ ਜੀ, ਹੈ ਨਾ, ਇੱਥੇ ਮੈਂ ਨਹੀਂ ਹੈ ਜੀ, ਤੇ ਉੱਥੇ ਮੈਂ ਹੀ ਮੈਂ ਉਹ ਤੇ ਇਹਦੇ 'ਚ ਹੈ ਹੀ ਹੈ। ਜਿੰਨੀਆਂ ਤਾੜੀਆਂ ਵੱਜਣਗੀਆਂ ਉਹਨਾਂ ਲੱਗਦਾ ਵੀ ਇਹ ਵਧੀਆ, ਜੀ ਜੀ ਜੀ, ਕਲਾਕਾਰ ਨੂੰ ਵੀ ਲੱਗਦਾ ਵੀ ਮੈਂ ਵਧੀਆ ਗਾਇਆ, ਜੀ ਹੈ ਨਾ, ਉਹਦੀ ਸੈਟੀਸਫੈਕਸ਼ਨ ਉੱਥੇ ਉਹਦੇ ਨਾਲ ਹੈ। ਮੈਮ ਤੁਹਾਡੀ ਹਾਂਜੀ ਮੈਮ ਤੁਹਾਡੀ PhD ਸ਼ੁਰੂ ਹੋ ਗਈ ਜੀ, ਫਿਰ ਤੁਸੀਂ ਸ਼ਾਸਤਰੀ ਸੰਗੀਤ ਤੇ ਗੁਰਮਤਿ ਸੰਗੀਤ ਦੇ ਜਿਹੜੀਆਂ ਗਾਇਨ ਸ਼ੈਲੀਆਂ ਇਹਦਾ ਤੁਲਨਾਤਮਕ ਅਧਿਐਨ ਤੁਸੀਂ ਕਹਿੰਦੇ ਕੀਤਾ? ਇਹ ਜੀ ਜੋ ਵੀ ਸ਼ਾਸਤਰੀ ਸੰਗੀਤ ਗਾਇਨ ਪੱਖ 'ਚ ਜੋ ਵੀ ਆਉਂਦਾ ਸਿਸਟਮ 'ਚ, ਚਾਹੇ ਸਥਾਈ ਅੰਤਰ ਹੈ, ਉਧਰੋਂ ਰਹਾਉ ਅੰਕ ਹੈ, ਸ਼ੈਲੀਆਂ ਨੇ ਜੀ, ਸਾਰਾ ਕੁਝ ਗਾਇਨ ਦਾ ਕਹਿ ਲਓ ਸਿਸਟਮ ਦਾ ਕਿਵੇਂ ਰਿਹਾ ਸਫ਼ਰ? ਕਿੰਨਾ ਦੇਰ ਦੇ ਵਿੱਚ ਤੁਸੀਂ ਵੀ PhD ਕਰੀ ਜੀ? PhD ਮੈਂ 2 ਸਾਲ 'ਚ। ਅੱਛਾ, 2 ਸਾਲ ਦੇ ਵਿੱਚ? 2 ਸਾਲ 'ਚ ਕੀਤੀ, ਪਰ 2 ਸਾਲ ਪੂਰੇ ਸਮਰਪਿਤ ਕੀਤੇ, ਕੋਸ਼ਿਸ਼ ਪੂਰੀ ਰਹੀ। ਚਾਹੇ ਦੇਖੋ ਜਦੋਂ ਵਿਆਹ ਤੋਂ ਬਾਅਦ ਨਾ ਤੁਸੀਂ ਕਿਸੇ ਖੁਸ਼ੀ ਗਮੀ 'ਚ ਪਰਿਵਾਰ 'ਚ ਨਾ ਜਾਓ ਤਾਂ ਉਹ ਮੰਨਿਆ ਜਾਂਦਾ ਵੀ ਕਿਉਂ ਨਹੀਂ ਆਈ। ਮੈਮ 2 ਸਾਲ ਦੇ ਵਿੱਚ PhD ਤੁਸੀਂ ਕਰ ਲਈ, ਤੁਸੀਂ ਉਸ ਟਾਈਮ ਦੇ ਵਿੱਚ 1992 ਦੇ ਵਿੱਚ ਕੀਤੀ ਮੈਮ? ਤੁਸੀਂ 92 'ਚ ਕੀਤੀ ਤੁਸੀਂ, ਤੇ ਉਦੋਂ ਤਾਂ ਸਾਰਾ ਹੀ ਕੰਮ ਟਾਈਪਿਸਟ ਜਿਹੜੇ ਮਸ਼ੀਨਾਂ ਤੇ ਹੁੰਦਾ ਸੀ, ਕੰਪਿਊਟਰ ਵੀ ਨਹੀਂ ਹੁੰਦੇ ਸੀ, ਤੇ ਉਹ ਕਿੰਨੇ ਔਖਾ ਹੁੰਦਾ। ਉਹ 2 ਸਾਲ ਦੇ ਵਿੱਚ ਵੀ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਤਾਂ ਅੱਜ ਅਸੀਂ ਦੇਖਦੇ ਹਾਂ ਵੀ 7-7 ਸਾਲ 8-6 ਸਾਲ ਤਾਂ ਆਮ ਹੀ ਹੋ ਚੁੱਕੇ ਹੈ PhD ਨੂੰ। ਇਹਦੇ 'ਚ ਮੈਨੂੰ ਇੰਝ ਲੱਗਦਾ ਠੀਕ ਹੈ, ਇਹ ਵੀ ਬਖਸ਼ਿਸ਼ ਹੈ ਪਰਮਾਤਮਾ ਦੀ ਜੀ, ਇਹਦੇ ਵਿੱਚ ਬੜਿਆਂ ਦਾ ਯੋਗਦਾਨ ਜੀ, ਹੈ ਨਾ। ਦੇਖੋ ਇੱਕ ਜਦੋਂ ਖਾਸ ਕਰਕੇ ਵਿਆਹ ਤੋਂ ਬਾਅਦ ਤੁਹਾਨੂੰ ਪਰਿਵਾਰ ਦਾ ਪੂਰਾ ਚਾਹੀਦਾ। ਹੁਣ ਬੇਟੀ ਸੀ, ਮੇਰੇ ਮਦਰ ਨੂੰ ਕੈਂਸਰ ਦਾ ਆਪਰੇਸ਼ਨ ਹੋਇਆ ਸੀ, ਤੇ ਉਹਨਾਂ ਨੂੰ ਬੇਟੀ ਨੂੰ ਮੈਂ 2 ਮਹੀਨੇ ਦੀ ਸੀ ਉਹਨਾਂ ਕੋਲ ਛੱਡ ਕੇ ਜਾਂਦੀ ਸੀ, ਹੈ ਨਾ। ਦਿਨ ਸਮੇਂ ਮੇਰੇ ਮਦਰ ਸੰਭਾਲਦੇ ਸੀ ਜੀ, ਮੈਂ ਯੂਨੀਵਰਸਿਟੀ ਚਲ ਜਾਣਾ, ਡਾਕਟਰ ਸਾਹਿਬ ਕੋਲ ਚਲ ਜਾਣਾ, ਚਲੋ ਜੀ ਆਪਣੇ ਬਿਜ਼ੀ ਰਹਿਣਾ। ਰਾਤ ਨੂੰ ਮੇਰੇ ਫਾਦਰ ਸਾਹਿਬ ਸੰਭਾਲਦੇ ਸੀ ਜੀ, ਹੈ ਨਾ। ਤੇ ਫਿਰ ਉਹਨਾਂ ਨੂੰ ਲੱਗਦਾ ਸੀ ਵੀ ਇਹ ਬਿਜ਼ੀ ਹੈ, ਤੇ ਮੈਂ ਆਪਣੇ ਬੈੱਡ 'ਤੇ ਕਿਤਾਬਾਂ ਖਿਲਾਰੀਆਂ ਹੁੰਦੀਆਂ ਸੀ, ਮੇਰੇ ਕਮਰੇ 'ਚ ਕੋਈ ਨਹੀਂ ਸੀ ਆਉਂਦਾ ਵੀ ਹਾਂ ਖੁੱਲ੍ਹੀਆਂ ਰਹਿੰਦੀਆਂ ਸੀ ਕਿਤਾਬਾਂ ਜੀ ਜੀ, ਹੈ ਨਾ। ਤੇ ਰੋਜ਼ ਮੈਂ ਡਾਕਟਰ ਸਾਹਿਬ ਕੋਲ ਜਾਣਾ ਵੀ ਅੱਜ ਕੀ ਕਰਨਾ। ਕਈ ਵਾਰ ਮੈਨੂੰ ਇੰਝ ਹੋਣਾ ਵੀ ਅੱਜ ਕੀ ਕਰਨਾ। ਸਾਧਨ ਵੀ ਮੈਮ 1992 ਦੀ ਗੱਲਾਂ ਕਰੀਏ ਤਾਂ ਸਾਧਨ ਵੀ ਇੰਨੇ ਜ਼ਿਆਦਾ ਨਹੀਂ ਹੁੰਦੇ ਸੀ। ਹੁਣ ਤਾਂ ਸਾਧਨ ਜੀ ਉਦੋਂ ਤਾਂ ਮੈਨੂੰ ਕੁਝ ਆਉਂਦਾ ਵੀ ਨਹੀਂ ਸੀ, ਸਕੂਟਰ ਤਾਂ ਮੈਨੂੰ ਅਜੇ ਵੀ ਨਹੀਂ ਆਉਂਦਾ ਜੀ ਜੀ। ਤੇ ਮੇਰੇ ਹਸਬੈਂਡ ਨੇ ਸਕੂਟਰ ਲੈ ਕੇ ਦਿੱਤਾ ਵੀ ਕਿਉਂਕਿ ਸਵੇਰੇ ਉੱਥੋਂ ਰਿਕਸ਼ਾ ਨਹੀਂ ਸੀ ਮਿਲਦਾ ਜੀ, ਤੇ ਮੈਂ ਕਹਿਣਾ ਮੇਰਾ ਟਾਈਮ ਬਹੁਤ ਵੇਸਟ ਹੁੰਦਾ, ਮੈਂ ਸਾਈਕਲ ਲਿਆ ਜੀ। ਤੇ ਉਹ ਮੈਨੂੰ ਕਹਿੰਦੇ ਤੂੰ ਸਕੂਟਰ ਚਲਾ। ਮੈਨੂੰ ਇੰਝ ਲੱਗਿਆ ਵੀ ਹੋਰ ਕਿਤੇ ਲੱਤ ਬਾਂਹ ਟੁੱਟ ਗਈ ਤੇ ਮੇਰਾ ਏਮ ਹੈ ਉਹ ਰਹਿ ਜਾਏਗਾ ਜੀ। ਤੇ ਮੈਂ ਕਿਹਾ ਨਹੀਂ, ਮੈਂ ਸਾਈਕਲ ਮੈਂ ਇੰਨਾ ਅਨਮੈਰਿਡ ਸਮੇਂ ਨਹੀਂ ਚਲਾਇਆ ਜਿੰਨਾ ਮੈਂ ਇਸ ਦੌਰਾਨ ਚਲਾਇਆ 2 ਸਾਲਾਂ 'ਚ ਜੀ, ਹੈ। ਸਾਈਕਲ 'ਤੇ ਹੀ ਜਾਣਾ ਤੇ ਉੱਥੇ ਉਹ ਬੱਸ ਸਟੈਂਡ 'ਤੇ ਰੱਖ ਕੇ ਫਿਰ ਅੱਗੋਂ ਬੱਸ ਪਕੜਨੀ। ਦੇਖੋ ਮੈਮ ਘਰਦਿਆਂ ਦਾ ਸਹਿਯੋਗ ਹੈ ਨਾ ਜੀ, ਬੜਾ ਜ਼ਰੂਰੀ ਹੈ। ਜਿੱਦਾਂ ਤੁਸੀਂ ਕਿਹਾ ਵੀ ਘਰ ਵੱਲੋਂ ਸਹਿਯੋਗ ਸੀ, ਤੇ ਇੱਕ ਤਾਂ ਬਾਕੀ ਗਾਈਡ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਵੀ ਜਦ ਤੱਕ ਹਾਂਜੀ ਹਾਂਜੀ। ਤੇ ਉਹਨਾਂ ਤੋਂ ਇਲਾਵਾ ਤੁਹਾਡਾ ਵੀ ਕਿਸ ਨੇ ਸਹਿਯੋਗ ਕੀਤਾ ਤੁਹਾਨੂੰ ਅੱਗੇ ਵਧਣ ਵਾਸਤੇ, ਜਾਂ ਤੁਹਾਨੂੰ ਪੁਸ਼ ਕੀਤਾ ਹੋਵੇ, ਜਾਂ ਤੁਹਾਨੂੰ ਦਿੱਕਤਾਂ ਕਿਹੜੀਆਂ ਆਈਆਂ ਇਸ ਦੌਰਾਨ? ਦਿੱਕਤਾਂ ਦਾ ਦੇਖੋ ਸਮਾਜਿਕ ਪੱਖੋਂ ਤਾਂ ਦਿੱਕਤਾਂ ਜੀ, ਕਿਉਂਕਿ ਕੋਈ ਨਹੀਂ ਚਾਹੁੰਦਾ ਵੀ ਅੱਗੇ ਵਧੇ, ਖਾਸ ਰਿਸ਼ਤੇਦਾਰੀ 'ਚ ਵੀ ਨਹੀਂ ਕੋਈ ਚਾਹੁੰਦਾ ਹੁੰਦਾ ਜੀ ਜੀ, ਹੈ ਨਾ। ਤੇ ਕਈਆਂ ਨੇ ਸਮਾਜ ਨੇ ਤਾਨੇ ਮੈਨੇ ਬੜੇ ਮਾਰਨੇ ਜੀ, ਤੇ ਹੁਣ ਮੇਰੇ ਹਸਬੈਂਡ ਨੂੰ ਕਹਿਣਾ ਵੀ ਤੂੰ ਵਿਆਹ ਕਾਹਦੇ ਲਈ ਕਰਾਇਆ ਜੀ, ਤੇ ਮੈਨੂੰ ਕਹਿਣਾ ਵੀ ਉਹ ਤਾਂ ਇਹਨੂੰ ਛੱਡ ਗਏ ਨੇ।
ਫਿਰ ਜਦੋਂ PhD ਹੋਈ ਮੈਂ ਖਾਲਸਾ ਕਾਲਜ ਪਟਿਆਲਾ ਜੁਆਇਨ ਕੀਤਾ ਸੀ ਜੀ। ਟਾਈਮ ਲੱਗ ਗਿਆ ਮੈਨੂੰ ਵਾਪਸ ਆਉਣ 'ਚ ਵੀ ਥੋੜ੍ਹਾ। ਉਹ ਕਹਿੰਦੇ ਵੀ ਇਹ ਤਾਂ ਨਹੀਂ ਲੈ ਕੇ ਜਾ ਰਹੇ ਵੀ ਇਹਦੀ ਜੋਬ ਨਹੀਂ ਲੱਗੀ ਅਜੇ। ਅੱਛਾ ਜੀ। ਹੈ ਨਾ। ਫਿਰ ਇਹ ਕੋਈ ਕਿਉਂਕਿ ਹਰ ਕੋਈ ਇਸ ਤਰ੍ਹਾਂ ਹੀ ਦੇਖਦਾ ਅਤੇ ਜਦੋਂ ਕੰਮ ਹੋ ਜਾਂਦਾ ਫਿਰ ਹੋਰ ਨਜ਼ਰੀਆ ਵੀ ਚੇਂਜ ਹੋ ਜਾਂਦਾ ਜੀ। ਮੈਮ ਤੁਹਾਨੂੰ ਕਿਵੇਂ ਤੁਹਾਨੂੰ ਪਤਾ ਸੀ ਵੀ ਮੈਂ ਪਹਿਲੀ ਹਾਂ ਇੱਕ ਜਿਹਨੇ PhD ਜਿਹੜੀ ਹੈ ਕਰ ਰਹੇ ਨੇ ਉਹ ਵੀ ਗੁਰਮਤਿ ਸੰਗੀਤ ਦੇ ਵਿਸ਼ੇ ਦੇ ਵਿੱਚ? ਨਹੀਂ, ਤੁਸੀਂ ਤਾਂ ਕਹਿੰਦੇ ਗੁਰਮਤਿ ਸੰਗੀਤ ਤਾਂ ਉਦੋਂ ਹੈ ਹੀ ਨਹੀਂ ਸੀ ਹਾਂਜੀ ਨਾ। ਪਰ ਜਦੋਂ ਹੋਇਆ ਜੀ ਤਾਂ ਮੈਨੂੰ ਬੜੇ ਸਮੇਂ ਬਾਅਦ ਪਤਾ ਲੱਗਾ ਅੱਛਾ ਵੀ ਮੈਂ ਪਹਿਲੀ ਹਾਂ ਜੀ ਜੀ। ਅਤੇ ਇਹਦੇ ਬਾਰੇ ਮੈਂ ਨਾ ਸੋਚਿਆ ਸੀ ਜੀ ਜੀ। ਅਤੇ ਉਹ ਵੀ ਕਿਤੇ ਅਖਬਾਰ 'ਚ ਹੀ ਆਇਆ ਸੀ ਤਾਂ ਪਤਾ ਲੱਗਾ ਵੀ ਅੱਛਾ ਜੀ ਮੈਂ ਪਹਿਲੀ ਹਾਂ। ਅਤੇ ਮੈਨੂੰ ਨਹੀਂ ਇਸ ਬਾਰੇ ਨਾ ਮੈਂ ਕਦੀ ਇਸ ਬਾਰੇ ਧਿਆਨ ਦਿੱਤਾ ਜੀ ਜੀ ਹੈ ਨਾ। ਪਰ ਠੀਕ ਹੈ ਇਹ ਵੀ ਬਖਸ਼ਿਸ਼ ਹੈ। ਮੈਨੂੰ ਬੜੀ ਖੁਸ਼ੀ ਮਿਲੀ ਜਦੋਂ ਆਪਣਾ ਹੋ ਜਾਂਦਾ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਇਹ ਸੀ ਵੀ ਮੈਂ ਮੈਕਸੀਮਮ ਬੱਚਿਆਂ ਨੂੰ ਪੜ੍ਹਾਉਣਾ ਜਿੰਨਾ ਉਹ ਪੜ੍ਹ ਸਕਦੇ ਆ ਕਿਉਂਕਿ ਜਿੰਨਾ ਉਹ ਚਾਹੁੰਦੇ ਸੀ ਉਹ ਨਹੀਂ ਕਰ ਸਕੇ ਜੀ। ਤੇ ਹਰ ਮਾਂ ਬਾਪ ਦਾ ਇਹ ਹੁੰਦਾ ਵੀ ਜਿਹੜੇ ਸਾਨੂੰ ਨਹੀਂ ਚੀਜ਼ਾਂ ਮਿਲੀਆਂ ਜਾਂ ਜਿੱਥੇ ਅਸੀਂ ਉਹ ਰਹਿ ਗਏ ਆ ਆਪਣੇ ਬੱਚਿਆਂ 'ਚ ਉਹ ਕਮੀਆਂ ਨਾ ਰਹਿ ਜਾਣ ਹੈ ਨਾ ਜੀ। ਉਹਨਾਂ ਨੂੰ ਪੂਰੇ ਆਪਣੇ ਬੱਚਿਆਂ 'ਚ ਫਿਰ ਜਦੋਂ ਕਦੀ ਵਾਰੀ ਮੇਰਾ ਮਨ ਵੀ ਟੁੱਟ ਜਾਂਦਾ ਸੀ ਕਦੀ ਵਾਰੀ ਮੈਨੂੰ ਲੱਗਿਆ ਵੀ ਮੈਂ ਤਾਂ ਆਪਣੇ ਆਪ ਵੀ ਆਪਣੀ ਲਾਈਫ ਖਰਾਬ ਕਰ ਲਈ ਜੀ ਜੀ। ਫਿਰ ਮੈਨੂੰ ਹੋ ਜਾਂਦਾ ਸੀ ਅਤੇ ਫਿਰ ਕਈ ਵਾਰ ਹਸਬੈਂਡ ਵੀ ਪੁਸ਼ ਕਰ ਦਿੰਦੇ ਸੀ ਜੀ ਅਤੇ ਵੀ ਜੇ ਤੂੰ ਨਹੀਂ ਕਰਨਾ ਤਾਂ ਵਾਪਿਸ ਚੱਲ। ਫਿਰ ਮੈਨੂੰ ਉਹ ਕਹਿੰਦੇ ਹੁੰਦੇ ਸੀ ਫਿਰ ਥੋੜ੍ਹੇ ਸਮੇਂ ਬਾਅਦ ਹਰਜਸ ਤੂੰ ਆਮ ਵਾਂਗ ਹੋ ਜਾਏਗੀ ਹੈ ਨਾ। ਤੈਨੂੰ ਫਿਰ ਲੱਗਣਾ ਹੈ ਵੀ ਆਮ ਆਪਣੀਆਂ ਬੀਬੀਆਂ ਵਾਂਗ ਅਤੇ ਫਿਰ ਤੈਨੂੰ ਲੱਗਣਾ ਹੈ ਵੀ ਮੈਂ ਥੋੜ੍ਹਾ ਸਮਾਂ ਦੇ ਦਿੰਦੀ ਬਾਕੀ ਤੇਰੀ ਮਰਜ਼ੀ ਹੈ। ਉਹਨਾਂ ਨੇ ਗੱਲ ਗੁੱਲ ਕਰਕੇ ਫਿਰ ਮੈਂ ਕਹਿਣਾ ਨਹੀਂ ਜੀ ਮੈਂ ਤਾਂ ਕੰਮ ਕਰਨਾ। ਫਿਰ ਮੈਨੂੰ ਕੁਛ ਆਪਣੇ ਫਾਦਰ ਸਾਹਿਬ ਦਾ ਸੁਪਨਾ ਨਜ਼ਰ ਆ ਜਾਣਾ ਮੈਂ ਉੱਠ ਕੇ ਬਹਿ ਜਾਣਾ ਫਿਰ ਕਰਨ ਵਾਸਤੇ ਜੀ ਵੀ ਮੈਂ ਇਹਨੂੰ ਕਰਕੇ। ਮੇਰਾ ਇਹ ਹੁੰਦਾ ਸੀ ਰੋਜ਼ ਮੈਂ ਡਾਕਟਰ ਸਾਹਿਬ ਕੋਲ ਜਾਂਦੀ ਸੀ ਅਤੇ ਰੋਜ਼ ਕੁਛ ਲਿਖ ਕੇ ਲੈ ਕੇ ਜਾਣਾ ਚਾਹੇ। ਅਤੇ ਉਹਨਾਂ ਦਾ ਵੀ ਬੜਾ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਵੀ ਬਹੁਤ ਪ੍ਰਭਾਵਿਤ ਸੀ। ਉਹ ਬਹੁਤ ਮਿਹਨਤੀ ਨੇ ਜੀ ਹੈ ਨਾ। ਉਹ ਅਜੇ ਵੀ ਹਰ ਸਮੇਂ ਇੰਝ ਲੱਗਦਾ ਵੀ ਹਰ ਸਮੇਂ ਉਹ ਕੰਮ ਕਰਦੇ ਰਹਿੰਦੇ ਜੀ ਜੀ ਹੈ ਨਾ। ਬਿਲਕੁਲ ਉਹਨਾਂ ਨੂੰ ਦੇਖ ਕੇ ਵੀ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਸੀ ਪਰ ਮੈਂ ਨਹੀਂ ਉਹਨਾਂ ਦੇ ਬਰਾਬਰ ਅਸੀਂ ਨਹੀਂ ਪਹੁੰਚ ਸਕਦੇ ਕਿਉਂਕਿ ਜ਼ਰੂਰ ਥੋੜ੍ਹਾ ਉਹਦੇ ਨਾਲ ਉਹਨਾਂ ਨਾਲ ਮੈਂ ਐਨਕਰੇਜਮੈਂਟ ਮੈਨੂੰ ਬਹੁਤ ਮਿਲਦੀ ਸੀ। ਫਿਰ ਮੈਂ ਉੱਠ ਜਾਂਦੀ ਸੀ ਨਹੀਂ ਕੰਮ ਕਰਨਾ। ਨਹੀਂ ਬਿਲਕੁਲ ਜੀ। ਉਹ ਤਾਂ ਮਤਲਬ ਗੁਰੂ ਸਾਹਿਬ ਦੀ ਨੀ ਬਖਸ਼ਿਸ਼ ਉਹ ਕਰਵਾਉਣਾ ਜਾਣਦੇ ਨੇ ਵੀ ਕਿਵੇਂ ਕਰਵਾ ਲੈਂਦੇ ਨੇ ਕੰਮ ਜੀ। ਡਾਕਟਰ ਸਾਹਿਬ ਤੇ ਕਾਫੀ ਗੁਰੂ ਸਾਹਿਬ ਦੀ ਬਹੁਤ ਮਿਹਰ ਹੈ ਜੀ। ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਨੂੰ। ਪਰਿਵਾਰ ਟੀਚਰ ਇਹਨਾਂ ਦਾ ਬਹੁਤ ਯੋਗਦਾਨ ਹੈ ਮੇਰੇ ਤੇ ਜੀ ਜੀ ਜੀ। ਮੈਂ ਜਦੋਂ PhD ਦੀ ਫਿਰ ਡਿਗਰੀ ਮਿਲੀ ਤਾਂ ਕਿਵੇਂ ਦਾ ਮਹਿਸੂਸ ਹੋਇਆ ਉਦੋਂ? ਫਿਰ ਘਰ 'ਚ ਕਿਹੋ ਜਿਹਾ ਮਾਹੌਲ ਸੀ ਜੀ? ਬਹੁਤ ਵਧੀਆ ਜੀ। ਮੈਂ ਆਪਣੇ ਪੇਰੈਂਟਸ ਨੂੰ ਦੇਖਿਆ ਅਤੇ ਨਾ ਬੇਟੀ ਤਾਂ ਬਹੁਤ ਛੋਟੀ ਸੀ ਜੀ। ਉਹ ਤਾਂ ਅਜੇ ਇੰਨੀ ਹੈ ਨਹੀਂ ਸੀ 2 ਸਾਲ ਦੀ ਸੀ ਉਦੋਂ ਤੋਂ ਜੀ। ਅਤੇ ਉਹਨਾਂ ਦੀ ਖੁਸ਼ੀ ਨੂੰ ਮੈਨੂੰ ਅਜੇ ਤੱਕ ਮੈਂ ਮਹਿਸੂਸ ਕਰਦੀ ਹਾਂ ਜੀ ਜੀ ਹੈ ਨਾ। ਵੀ ਮੈਨੂੰ ਆਪਣੇ ਆਪ ਨੂੰ ਖੁਸ਼ੀ ਮਿਲੀ ਵੀ ਠੀਕ ਹੈ ਵੀ ਮੈਂ ਇਹਨਾਂ ਦਾ ਸੁਪਨਾ ਪੂਰਾ ਕਰਤਾ ਜੀ ਜੀ। ਮੈਨੂੰ ਆਪਣਾ ਇਹ ਨਹੀਂ ਲੱਗਿਆ ਵੀ ਠੀਕ ਹੈ ਮੈਂ ਕਿਉਂਕਿ ਕਈ ਸੁਪਨੇ ਜ਼ਰੂਰ ਹੁੰਦੇ ਆ ਸਾਡੇ ਉਹ ਪਰ ਟੁੱਟ ਜਾਂਦੇ ਨੇ ਜੀ ਜਦੋਂ ਪਰਿਵਾਰ 'ਚ ਜਾਂਦੇ ਆ। ਫਿਰ ਹੁੰਦਾ ਵੀ ਨਹੀਂ ਇਹਨਾਂ ਦਾ ਕਰਨਾ ਅਸੀਂ ਆਪਣੇ ਬੱਚਿਆਂ ਦਾ ਕਰਨਾ ਆਪਣੇ ਬਾਰੇ ਮੈਨੂੰ ਲੱਗਦਾ ਅਸੀਂ ਨਹੀਂ ਸੋਚਦੇ। ਬਿਲਕੁਲ ਮੈਮ ਬਿਲਕੁਲ। ਸੋ ਮੈਮ ਤੁਸੀਂ PhD ਤੋਂ ਬਾਅਦ ਲਗਾਤਾਰ ਨਿਰੰਤਰ ਤੁਸੀਂ ਇਸ ਖੇਤਰ ਦੇ ਵਿੱਚ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਤੁਸੀਂ ਨਿਰੰਤਰ ਕਾਰਜ ਕਰਦੇ ਰਹੇ ਹੋ। ਮੈਂ ਤੁਹਾਡਾ ਪੜ੍ਹ ਰਿਹਾ ਸੀ ਵੀ ਤੁਸੀਂ 6 ਬੁੱਕਸ ਜਿਹੜੀਆਂ ਹੈਗੀਆਂ ਲਿਖੀਆਂ ਉਸ ਹੁਣ ਤੱਕ ਅਤੇ ਨਾਲ 70 ਤੋਂ ਜ਼ਿਆਦਾ ਤੁਹਾਡੇ ਜਿਹੜੇ ਹੈ ਆਰਟੀਕਲ ਜਿਹੜੇ ਤੁਸੀਂ ਗੁਰਮਤਿ ਸੰਗੀਤ ਦੇ ਉਹਦੇ 'ਚ ਵੱਖ ਵੱਖ ਵਿਸ਼ਿਆਂ 'ਤੇ ਲਿਖੇ ਨੇ ਅਤੇ ਇੰਨਾ ਵੱਡਾ ਕਾਰਜ ਤੁਸੀਂ ਨਾਲ ਕੀਤਾ ਹੈ। ਅਤੇ ਇਹ ਕਿਵੇਂ ਦੇਖਦੇ ਹੋ ਹੁਣ ਦੇ ਸਮੇਂ ਨੂੰ? ਤੁਸੀਂ ਗੁਰਮਤਿ ਸੰਗੀਤ ਨੂੰ ਕਿਵੇਂ ਦੇਖਦੇ ਹੋ ਤੁਸੀਂ? ਹੁਣ ਤਾਂ ਹਰ ਇੱਕ ਨੂੰ ਪਤਾ ਹੈ ਬਹੁਤ ਫਰਕ ਹੈ। ਉਦੋਂ ਤਾਂ ਜੇ ਕਿਸੇ ਨੇ ਮੈਨੂੰ ਪੁੱਛਣਾ ਵੀ ਕਾਹਦੇ 'ਤੇ PhD ਕਰ ਰਹੇ ਹੋ ਜੀ ਉਹ ਹਰ ਕੋਈ ਕਹਿੰਦਾ ਇਹ ਕਿਹੜਾ ਸੰਗੀਤ ਹੈ ਜੀ ਕਿਉਂਕਿ ਕਿਸੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ। ਮੈਨੂੰ ਦੱਸਣਾ ਪੈਂਦਾ ਸੀ ਹੈ ਨਾ। ਅਤੇ ਹੁਣ ਤਾਂ ਇੰਨੀ ਪਹਿਚਾਣ ਬਣ ਗਈ ਹੈ ਕਿ ਬੱਚੇ ਨੂੰ ਪਤਾ ਵਿਸ਼ਵ ਭਰ 'ਚ ਪਹਿਚਾਣ ਬਣਾ ਲਈ ਇਹਨਾਂ ਗੁਰਮਤਿ ਸੰਗੀਤ ਦੀ ਹੈ ਨਾ। ਆਪਣੇ ਅਕੈਡਮਿਕ ਪੱਖੋਂ ਵੀ ਬਣ ਗਿਆ। ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਆਪਣਾ ਡਿਪਾਰਟਮੈਂਟ ਹੈ ਪੂਰਾ ਗੁਰਮਤਿ ਸੰਗੀਤ 'ਤੇ। ਹੁਣ ਗੁਰਮਤਿ ਸੰਗੀਤ ਦੇ ਰਾਗ ਦਰਬਾਰ ਵੀ ਹੁੰਦੇ ਨੇ ਜੀ ਨਾ। ਅਤੇ ਉਦੋਂ ਹੁਣ ਜੇ ਅਸੀਂ
ਕਹਿੰਦੇ ਆ ਨਾ ਗੁਰਮਤਿ ਸੰਗੀਤ ਦਾ ਹੈਗਾ ਜੀ ਰਾਗ ਦਰਬਾਰ, ਤੇ ਉਹਦੇ ਬਾਰੇ ਡਿਟੇਲ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਜੀ ਨਾਮ ਬਾਰੇ ਪਹਿਲਾਂ ਵਾਰ-ਵਾਰ ਦੱਸਣਾ ਪੈਂਦਾ ਸੀ। ਪਹਿਲਾਂ ਦੱਸਣਾ ਪੈਂਦਾ ਸੀ। ਜੇ ਕਿਸੇ ਨੂੰ ਹੁਣ ਕੋਈ ਬੱਚੇ ਵੀ ਪੁੱਛਦੇ ਗੁਰਮਤਿ ਸੰਗੀਤ, ਹਾਂ ਉਹਨਾਂ ਨੂੰ ਪਤਾ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਦਾ। ਮੈਂ ਜੀ ਡਾਕਟਰ ਸਾਹਿਬ ਡਾਕਟਰ ਗੁਰਨਾਮ ਸਿੰਘ ਜੀ ਦੇ ਕਈ ਵਾਰ ਲੈਕਚਰ ਸੁਣੇ ਆ, ਤੇ ਉਹ ਵੀ ਇਹੀ ਗੱਲ ਉਹਨਾਂ ਨੇ ਕਈ ਵਾਰੀ ਕਿਹਾ, ਕਿਉਂਕਿ ਉਹਨਾਂ ਨੇ ਵਿਸ਼ਵ ਭਰ ਦੇ ਵਿੱਚ ਗੁਰਮਤਿ ਸੰਗੀਤ ਨੂੰ ਜੇ ਫੈਲਾਇਆ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਗੁਰਮਤਿ ਸੰਗੀਤ ਡਿਪਾਰਟਮੈਂਟ ਨੂੰ ਉੱਥੇ ਖੜਾ ਕਰਨਾ ਤੇ ਉਹ ਵੀ ਵੱਡੀ ਗੱਲ ਹੈ। ਤੇ ਉਹ ਮੈਂ ਤੁਹਾਡੀ ਗੱਲ ਵੀ ਗੁਰਮਤਿ ਸੰਗੀਤ ਅੱਜ ਜੇ ਆਪਾਂ ਦੇਖਦੇ ਹਾਂ ਉਹਨਾਂ ਦਾ ਯੋਗਦਾਨ ਜਿਹੜਾ ਹੈਗਾ ਵੀ ਉਹ ਆਪਾਂ ਬਹੁਤ ਜ਼ਿਆਦਾ ਹੈ। ਤੇ ਉਹ ਆਪ ਉਹਨਾਂ ਤੋਂ ਕਿ ਵੀ ਜਿਹੜੇ ਬੰਦੇ ਉਸ ਟਾਈਮ ਉਹਨਾਂ ਦੇ ਵਿਰੋਧੀ ਹੋਏ ਪਏ ਸੀ ਨਾ ਜੀ, ਤੇ ਉਹ ਸਿੱਖੇ ਜਿਹੜੇ ਸੀ ਉਹ ਗੁਰਸਿੱਖ ਪਰਿਵਾਰਾਂ 'ਚੋਂ ਸਿੱਖੇ, ਸਿੱਖ ਵਿਦਵਾਨਾਂ ਕੋਲੋਂ ਸਿੱਖ ਕੇ ਉਹ ਗੁਰਮਤਿ ਸੰਗੀਤ ਦਾ ਹੀ ਵਿਰੋਧ ਕਰਦੇ ਰਹੇ ਨੇ। ਤੇ ਅਸੀਂ ਉਹਨਾਂ ਨੂੰ ਦੇਖਦੇ ਨੇ ਅੱਜ ਉਹ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ ਗੁਰਮਤਿ ਸੰਗੀਤ ਦੇ ਉਹਦੇ ਤੇ ਜਾ ਕੇ। ਬਣਿਆ ਬਣਾਇਆ ਤਾਂ ਸਾਰੇ ਹਾਂ, ਬਣਿਆ ਬਣਾਇਆ ਸਾਰੇ ਲੈਂਦੇ, ਬਣਾਉਣਾ ਬਹੁਤ ਔਖਾ ਹੈ। ਉਦੋਂ ਲੱਤਾਂ ਖਿੱਚਣ 'ਚ ਸਭ ਤੋਂ ਅੱਗੇ ਉਹ ਸੀ। ਹਾਂਜੀ, ਡਾਕਟਰ ਸਾਹਿਬ ਨੇ ਕਈ ਵਾਰੀ ਸਟੇਜ ਤੇ ਵੀ ਗੱਲ ਕਹੀ ਹੈ ਵੀ ਜਿਹੜੇ ਸਿੱਖ ਨਹੀਂ ਸੀ ਉਹਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਅੱਗੇ ਮੇਰੇ ਅੱਗੇ ਵਧਾਉਣ 'ਚ ਮੈਨੂੰ, ਹੈ ਨਾ ਜੀ। ਪਰ ਜਿਹੜੇ ਸਿੱਖ ਪਰਿਵਾਰਾਂ ਨੂੰ ਸਿੱਖ ਕੇ ਆਏ ਸੀ ਤੇ ਸਿੱਖੇ ਵੀ ਸੀ, ਸਿੱਖ ਪਰਿਵਾਰਾਂ ਦੇ ਵਿੱਚੋਂ ਸੀ, ਉਹਨਾਂ ਨੇ ਮੈਨੂੰ ਕਹਿੰਦੇ ਸਾਨੂੰ ਵੀ ਸਾਡੇ ਰੋੜੇ ਬੜੇ ਪਤਾ ਨਹੀਂ ਪਰਮਾਤਮਾ ਦੀ ਕੈਸੀ ਖੇਡ ਹੈ ਨਾ, ਕਿ ਜੇ ਸਾਰੇ ਮਿਲ ਕੇ ਕੰਮ ਕਰਦੇ ਸ਼ਾਇਦ ਹੋਰ ਰੰਗ ਹੋਣਾ ਸੀ। ਇੱਕ ਇਕੱਲੇ ਡਾਕਟਰ ਸਾਹਿਬ ਨੇ ਸੰਸਥਾ ਦਾ ਰੂਪ ਕੰਮ ਕੀਤਾ, ਡਾਕਟਰ ਸਾਹਿਬ ਨੇ ਬਿਲਕੁਲ ਹੈ ਨਾ, ਸੰਸਥਾ ਦਾ ਰੂਪ ਕੰਮ ਕੀਤਾ। ਜੇ ਉਹਨਾਂ ਦਾ ਬਾਕੀ ਵੀ ਸਾਥ ਦਿੰਦੇ ਤਾਂ ਸ਼ਾਇਦ ਕੁਝ ਹੋਰ ਰੰਗ ਨਜ਼ਰ ਆਉਂਦਾ ਸਾਨੂੰ, ਹੈ ਨਾ। ਪਰ ਚਲੋ ਇਹ ਬਣੇ ਤੇ ਤਾਂ ਸਾਰੇ ਹੀ ਆ ਜਾਂਦੇ ਹੁੰਦੇ ਆ ਨੇੜੇ, ਹੈ ਨਾ, ਫਾਇਦਾ ਲੈਣ ਦਾ ਸਾਰੇ ਆਉਂਦੇ। PhD ਕਰੀ ਹੁਣ ਤੱਕ ਤੁਸੀਂ, ਮਤਲਬ ਕਿੰਨਾ ਕਾਰਜ ਲਿਖਤੀ ਤੌਰ ਤੇ ਵੀ ਤੁਸੀਂ ਕਰ ਚੁੱਕੇ ਹੋ, ਬਹੁਤ ਸਾਰੇ ਬੱਚਿਆਂ ਨੂੰ ਤੁਸੀਂ ਇੱਥੇ ਗੁਰਮਤਿ ਮਿਸ਼ਨਰੀ ਕਾਲਜ ਆਪਣਾ ਬੇਲੇ ਦਾ ਹੈ ਨਾ, ਚੌਂਤਾ ਹਾਂਜੀ, ਉੱਥੇ ਵੀ ਤੁਸੀਂ ਬੱਚਿਆਂ ਨੂੰ, ਕਿਉਂਕਿ ਜਦੋਂ ਅਸੀਂ ਆਏ ਸੀ ਨਾ ਰੋਪੜ ਜੀ, ਉਦੋਂ ਸ਼ੁਰੂ 'ਚ ਕਲਾਸਾਂ ਲੱਗੀਆਂ। ਮੇਰੇ ਹੁੰਦਿਆਂ ਹੀ ਅਸੀਂ ਕਲਾਸਾਂ 'ਚ ਜਾਂਦੇ ਸੀ, ਜਿਵੇਂ ਵੀਕਲੀ ਕਲਾਸਿਸ ਲੱਗਦੀ ਹੈ ਗੁਰਮਤਿ ਦੀ। ਉਦੋਂ ਅਸੀਂ ਸੰਗੀਤ ਦਾ ਨਹੀਂ ਸੀ, ਗੁਰਮਤਿ ਦਾ, ਹੈ ਨਾ, ਗੁਰਮਤਿ ਦਾ ਸੀ। ਫਿਰ ਸ਼ਹਿਰ ਦੇ ਹੀ ਕੁਛ ਮਾਸਟਰ ਦੀਦਾਰ ਸਿੰਘ ਜੀ ਹੁੰਦੇ ਸੀ, ਤੇ ਇਹਨਾਂ ਨੇ 5-6 ਸਿੱਖਾਂ ਨੇ ਪ੍ਰੋਗਰਾਮ ਕਰਨੇ ਸ਼ੁਰੂ ਕਰਤੇ ਹਰ ਹਫਤੇ। ਫਿਰ ਗੁਰਮਤਿ ਮਿਸ਼ਨਰੀ ਕਾਲਜ ਦੀ ਨੀਂਹ ਇੱਥੇ ਹੀ ਰੱਖੀ ਗਈ। ਤੇ ਉਦੋਂ ਮੈਂ ਕੀਰਤਨ ਜਿੰਨਾ ਕੀਤਾ BA ਤੱਕ ਗੁਰਮਤਿ ਮਿਸ਼ਨਰੀ ਕਾਲਜ ਦਾ, ਮੈਂ ਉਹਨਾਂ ਦੇ ਵੱਲੋਂ ਕੀ ਕਰਵਾਏ ਗਏ ਪ੍ਰੋਗਰਾਮ, ਮੈਨੂੰ ਲੱਗਦਾ ਮੈਂ ਕੋਈ ਮਿਸ ਨਹੀਂ ਕੀਤਾ ਜੀ। ਬੜਾ ਸ਼ਾਇਦ ਉਹਦੇ, ਕਿਉਂਕਿ ਜਿੰਨਾ ਆਪਾਂ ਸਟੇਜ ਤੇ ਚੜ੍ਹਦੇ ਹਾਂ ਉਨੀ ਵਾਰ ਆਪਾਂ ਕੁਝ ਸਿੱਖਦੇ ਹਾਂ ਜੀ। ਤੇ ਬਹੁਤ ਚੰਗਾ ਪਲੇਟਫਾਰਮ ਹੈ ਉਹਨਾਂ ਮਿਸ਼ਨਰੀ ਕਾਲਜ ਦਾ। ਹੁਣ ਵੀ ਤੁਸੀਂ ਜੁੜੇ ਹੋਏ ਹੋ, ਤੁਸੀਂ ਪਿੱਛੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ BA ਵੀ ਆਨਲਾਈਨ ਸ਼ੁਰੂ ਕਰਵਾਈ ਸੀ ਉੱਥੋਂ ਉਹਨਾਂ ਦੇ। ਮੈਂ ਅਜੇ ਵੀ ਜਾਂਦੀ ਹਾਂ ਹਰ ਪ੍ਰੋਗਰਾਮ ਤੇ ਜੀ, ਪਰ ਇਸ ਤਰ੍ਹਾਂ ਨਹੀਂ ਹੈ ਅੱਗੇ ਤਾਂ, ਕਿਉਂਕਿ ਕੋਈ ਵੀ ਕੰਮ ਹੋਵੇ, ਕੋਈ ਪ੍ਰੋਗਰਾਮ ਹੋਵੇ ਤਾਂ ਜਾਈਦਾ ਜੀ। ਪਰ ਉਦੋਂ ਬੱਚਿਆਂ ਨੂੰ ਠੀਕ ਪਾਸੇ ਲੈ ਜਾਣ ਦਾ ਨਾ, ਇਹ ਵੀ ਇੱਕ ਪੇਰੈਂਟਸ ਦਾ ਹੁੰਦਾ। ਸਾਨੂੰ ਪੇਰੈਂਟਸ ਵੱਲੋਂ ਵੀ ਸੀ। ਮੈਂ ਸੋਰੀ ਤੁਹਾਡਾ ਉਹ ਕੱਟ ਰਿਹਾ ਵੀ ਤੁਸੀਂ PhD ਕਰੀ ਇੱਕ ਚੰਗੇ ਗੁਰਸਿੱਖ ਪਰਿਵਾਰ ਤੋਂ ਵਿੱਚੋਂ ਦੇ, ਤੁਸੀਂ ਕੋਈ ਸਾਡੇ ਸੰਸਥਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਸ਼੍ਰੋਮਣੀ ਸੰਸਥਾਵਾਂ ਨੇ ਜਿਹੜੀਆਂ ਸਿੱਖਾਂ ਦਾ ਪ੍ਰਚਾਰ ਪ੍ਰਸਾਰ ਜਿਹੜੀ ਸਿੱਖੀ ਦਾ ਕਰ ਰਹੇ ਨੇ, ਕੋਈ ਨਾ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਵੀ ਬੱਚੇ ਦਾ ਮਨੋਬਲ ਵਧਾਈਏ, ਕੋਈ ਇਸ ਤਰ੍ਹਾਂ ਦਾ ਤੁਹਾਨੂੰ ਇੱਦਾਂ ਦਾ? ਨਹੀਂ, ਇਸ ਤਰ੍ਹਾਂ ਨਹੀਂ ਕੋਈ ਵੀ। ਅਸੀਂ ਤਾਂ ਆਸੇ ਪਾਸੇ ਹੀ ਦੇਖਦੇ ਹਾਂ ਜਾਂ ਆਪਣੇ ਕਾਲਜ 'ਚ ਦੇਖਦੇ ਹਾਂ, ਕਿਉਂਕਿ ਹੁੰਦਾ ਹੈ ਵੀ ਕੋਈ ਕਿਸੇ ਪਾਸੋਂ ਕਿਸੇ, ਚਾਹੇ ਸਿੱਖ ਨਹੀਂ, ਕੋਈ ਵੀ ਹੋਵੇ ਬੱਚਾ ਜੀ, ਵੀ ਉਹ ਪੜ੍ਹਨਾ ਚਾਹੁੰਦਾ ਵੀ ਉਹ ਨਹੀਂ ਕਰ ਸਕਦਾ ਜੀ, ਉਹਦੀ ਮੈਨੂੰ ਲੱਗਦਾ ਵੀ ਸਾਡੀ ਡਿਊਟੀ ਬਣ ਜਾਂਦੀ ਹੈ ਅਸੀਂ ਉਹਨੂੰ ਹਰ ਪੱਖੋਂ ਕਰੀਏ। ਜੇ ਅਸੀਂ ਪੈਸੇ ਪੱਖੋਂ ਕਰ ਸਕਦੇ ਹਾਂ ਪੈਸੇ ਪੱਖੋਂ ਕਰੀਏ, ਜਾਂ ਕੋਈ ਹੋਰ ਉਹਨੂੰ ਕੋਈ ਨਹੀਂ ਸਮਝ ਆ ਰਿਹਾ ਕੋਈ ਹੋਰ ਵਿਸ਼ਾ, ਤਾਂ ਵੀ ਅਸੀਂ ਉਹਦੀ ਮਦਦ ਕਰੀਏ ਜੀ। ਮੈਮ ਚਲੋ ਤੁਹਾਨੂੰ ਪਰਿਵਾਰ ਦੀ ਪੂਰੀ ਸਪੋਰਟ ਸੀ, ਫਾਦਰ ਸਾਹਿਬ ਦੀ ਸੀ, ਅੱਗੇ ਤੁਹਾਡੇ ਹਸਬੈਂਡ ਜਿਹੜੇ ਸੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਹੈ। ਤੁਹਾਨੂੰ ਨਹੀਂ ਲੱਗਦਾ ਵੀ ਜੇ ਜਿੱਦਾਂ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਬੱਚੀਆਂ ਸਾਡੀਆਂ ਇਸ ਲਾਈਨ 'ਚ ਹੈ, ਚਾਹੇ ਕੀਰਤਨ 'ਚ ਹੈ ਜਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਜਾਂ ਕਿਸੇ ਨੇ ਕੋਈ ਨਾ ਕੋਈ ਕਾਰਜ ਕੀਤਾ ਹੈ, ਉਹਨਾਂ ਨੂੰ ਐਪਰੀਸ਼ੀਏਟ ਕਿਵੇਂ ਕੀਤਾ ਜਾਣਾ ਚਾਹੀਦਾ ਜਾਂ ਕਰਨਾ ਚਾਹੀਦਾ, ਜਾਂ ਕਿਵੇਂ ਕਰਨਾ ਚਾਹੀਦਾ? ਸਾਡੀ ਸੰਸਥਾਵਾਂ ਨੂੰ ਕੀ ਕਰਨਾ ਚਾਹੀਦਾ ਇਸ ਸੰਬੰਧ 'ਚ?
ਨਹੀਂ, ਸਾਡੀਆਂ ਸੰਸਥਾਵਾਂ ਨੂੰ ਧਿਆਨ ਦੇਣਾ ਚਾਹੀਦਾ ਜੀ ਵੀ ਜਿਹੜਾ ਅੱਜ ਕੱਲ੍ਹ ਯੂਥ ਹੈ ਜੀ, ਖਾਸ ਕਰਕੇ ਬੀਬੀਆਂ ਹੈ ਨਾ, ਉਹਨਾਂ ਨੂੰ ਇਸ ਪਾਸੇ ਜੋੜਨ ਲਈ ਉਹਨਾਂ ਨੂੰ ਐਨਕਰੇਜ ਕਰਨ, ਕੋਈ ਆਪਣੇ ਸਿੱਖ ਦੇ ਆਪਣੇ ਇਤਿਹਾਸਿਕ ਬੀਬੀ ਦੇ ਜੀ ਹੈ ਨਾ, ਉਹਨੂੰ ਉਹਦੇ ਸੰਬੰਧ ਵਿੱਚ ਕੋਈ ਪ੍ਰੋਗਰਾਮ ਕਰਵਾਉਣ ਜੀ, ਤੇ ਉੱਥੇ ਸਿਰਫ ਬੀਬੀਆਂ ਨੂੰ ਰੱਖਣ ਅੱਗੇ ਜੀ ਹੈ ਨਾ। ਜੇ ਬੀਬੀਆਂ ਕੀਰਤਨ ਕਰ ਸਕਦੀਆਂ, ਲੈਕਚਰ ਕਰ ਸਕਦੀਆਂ, ਕਥਾ ਕਰ ਸਕਦੀਆਂ, ਜਿਸ ਫੀਲਡ 'ਚ ਵੀ ਜਾਣਾ ਚਾਹਣ, ਉਹਨਾਂ ਨੂੰ ਉਸੇ ਪਾਸੇ ਉਹਨਾਂ ਨੂੰ ਜੇ ਐਨਕਰੇਜਮੈਂਟ ਮਿਲੇ, ਪ੍ਰੋਗਰਾਮ ਮਿਲਣ, ਆਪੇ ਆਉਣਗੇ ਹੈ ਨਾ। ਬੀਬੀਆਂ ਦੇ ਤਾਂ ਅਸੀਂ ਅੱਜ ਤੱਕ ਹਾਂਜੀ ਇੱਕ ਹੋਇਆ ਸੀ ਪ੍ਰੋਗਰਾਮ ਆਪਣੇ ਡਿਪਾਰਟਮੈਂਟ 'ਚ, ਉੱਥੇ ਗੁਰਮਤਿ ਸਿੰਘੀ ਡਿਪਾਰਟਮੈਂਟ 'ਚ ਉਹ ਬੀਬੀਆਂ ਦਾ ਕਰਵਾਇਆ ਸੀ 2017 'ਚ, ਉਹ ਮੈਂ ਵੀ ਕੀਤਾ ਸੀ ਜੀ ਹੈ ਨਾ। ਕੁਝ ਇਸ ਤਰ੍ਹਾਂ ਦਾ ਸਿਰਫ ਕੀਰਤਨ ਹੀ ਨਹੀਂ ਜੀ, ਕੋਈ ਵੀ ਕੰਮ ਹੋਵੇ ਗੁਰਮਤ ਦਾ, ਕੋਈ ਵੀ ਫੀਲਡ ਹੋਵੇ। ਮਤਲਬ ਤੁਸੀਂ ਕਹਿ ਰਹੇ ਹੋ ਵੀ ਜਿੰਨੀਆਂ ਸਿੱਖ ਬੀਬੀਆਂ ਆਪਣੀ ਬੇਬੇ ਨਾਨਕੀ ਹੈ, ਮਾਤਾ ਖੀਵੀ ਹੈ, ਉਹਨਾਂ ਦੇ ਨਾਂ ਤੇ ਹਰ ਸਾਲ ਕੋਈ ਨਾ ਕੋਈ ਇੱਕ ਐਸਾ ਪ੍ਰੋਗਰਾਮ ਜ਼ਿਲ੍ਹਾ ਪੱਧਰ ਤੇ ਕਰਾ, ਤੇ ਉਹ ਸਾਰਾ ਪ੍ਰੋਗਰਾਮ ਸਿੱਖ ਬੀਬੀਆਂ ਦੇ ਨੂੰ ਹੀ ਸਮਰਪਿਤ ਕੀਤਾ ਜਾਵੇ ਤੇ ਸਿੱਖ ਬੀਬੀਆਂ ਹੀ ਉੱਥੇ ਸਟੇਜ ਤੇ ਬੋਲਣ, ਉਹੀ ਸਾਰਾ ਦੇਖਣਾ ਹੈ ਨਾ, ਹਰ ਕੰਮ ਕਰ ਸਕਦੀ ਹੈ। ਇਹਦੇ ਨਾਲ ਦੇਖੋ ਕਿੰਨਾ ਫਰਕ ਪਏਗਾ, ਕਿਉਂਕਿ ਨਹੀਂ ਜੇ ਅਸੀਂ ਜਿਸ ਬੀਬੀ ਦੇ ਸੰਬੰਧ ਵਿੱਚ ਉਹ ਪ੍ਰੋਗਰਾਮ ਹੋਏਗਾ ਉਹਦੇ ਬਾਰੇ ਇਤਿਹਾਸ ਵੀ ਆਪਾਂ ਜਾਣੂ ਕਰਾਵਾਂਗੇ ਵੀ ਇਹ ਬੀਬੀ ਭਾਨੀ ਜੀ ਹੈ ਕੌਣ ਨੇ, ਬੇਬੇ ਨਾਨਕੀ ਜੀ ਹੈ ਕੌਣ ਨੇ, ਉਹਦੇ ਬਾਰੇ ਦੱਸਾਂਗੇ ਵੀ, ਉਹਦੇ ਬਾਰੇ ਪ੍ਰਚਾਰ ਵੀ ਹੋਏਗਾ। ਤੇ ਜਿਨ੍ਹਾਂ ਨੂੰ ਅਸੀਂ ਮੌਕਾ ਬੱਚਿਆਂ ਨੂੰ ਦੇਵਾਂਗੇ ਹੈ ਨਾ, ਉਹਨਾਂ ਨੂੰ ਵੀ ਉਤਸ਼ਾਹਿਤ ਹੋਏਗਾ ਵੀ ਨਹੀਂ ਅਸੀਂ ਅੱਗੇ ਤੋਂ ਵਧੀਆ ਕਰਨਾ ਹੈ, ਅਸੀਂ ਆਹ ਕੰਪੀਟੀਸ਼ਨ ਕਰਾਏ ਜਾਣ ਜੀ ਹੈ ਨਾ, ਮੁਕਾਬਲੇ ਕਰਵਾਏ ਜਾਣ ਤੇ ਬੱਚਿਆਂ ਨੂੰ ਐਨਕਰੇਜਮੈਂਟ ਜ਼ਰੂਰ ਚਾਹੀਦਾ, ਪਲੇਟਫਾਰਮ ਚਾਹੀਦਾ। ਸੋ ਮੈਮ ਮੈਂ ਆਖਰੀ ਸਵਾਲ 'ਚ ਜਿਹੜੇ ਹੈਗੇ ਨੇ, ਚਾਹੇ ਉਹ ਬੱਚੀਆਂ ਨੇ ਚਾਹੇ ਸਿੱਖ ਬੱਚੇ ਨੇ, ਉਹ ਸਿੱਖੀ ਤੋਂ ਕਿਤੇ ਨਾ ਕਿਤੇ ਦੂਰ ਹੁੰਦੇ ਜਾ ਰਹੇ ਨੇ, ਇਹਦਾ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਇਹ 'ਚ ਜੀ ਦੇਖੋ ਸਾਡੀਆਂ ਸੰਸਥਾਵਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਜੀ ਵੀ ਇਹਦੇ ਬਾਰੇ। ਕੁਝ ਸੋਸ਼ਲ ਮੀਡੀਆ ਵੀ ਖਰਾਬ ਕਰ ਰਿਹਾ ਕੰਮ ਜੀ ਹੈ ਨਾ, ਤੇ ਹਰ ਬੱਚੇ ਨੂੰ ਇਹ ਹੁੰਦਾ ਵੀ ਮੈਂ ਫੇਮਸ ਵੀ ਹੋਵਾਂ ਜੀ, ਤੇ ਕੁਝ ਰੋਜ਼ਗਾਰ ਵੀ ਵਧੀਆ ਹੋਵੇ ਜੀ ਜੀ ਜੀ, ਪੈਸਾ ਵੀ ਚਾਹੀਦਾ ਬਿਲਕੁਲ, ਤੇ ਇਹਦੇ ਬਾਰੇ ਪਲੇਟਫਾਰਮ ਚਾਹੀਦਾ ਬੱਚਿਆਂ ਨੂੰ। ਬੱਚਿਆਂ ਲਈ ਪਹਿਲਾਂ ਤਾਂ ਐਨਕਰੇਜਮੈਂਟ, ਜਦੋਂ ਛੋਟੇ ਬੱਚੇ ਆ ਉਹਨਾਂ ਦੇ ਕੈਂਪ ਲਗਾਏ ਜਾਣ, ਉਹਨਾਂ ਦੇ ਕੰਪੀਟੀਸ਼ਨ ਕਰਾਏ ਜਾਣ, ਉਹਨਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਏ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਥੋੜ੍ਹੇ ਵੱਡੇ ਹੋ ਜਾਣ ਕੋਈ ਗੱਲ ਨਹੀਂ, ਉਦੋਂ ਪਾਣੀ ਸਿਰੋਂ ਨਿਕਲ ਜਾਂਦਾ ਜੀ ਜੀ ਜੀ। ਇਹਨਾਂ ਨੂੰ ਸ਼ੁਰੂ ਤੋਂ ਹੀ ਜਿੱਧਰ ਲਗਾ ਲਓਗੇ ਉੱਧਰ ਹੀ ਮੁੜ ਜਾਣਗੇ ਬਿਲਕੁਲ ਹੈ ਨਾ। ਤੇ ਇਹ ਸਾਡੀਆਂ ਸੰਸਥਾਵਾਂ ਦੇ, ਇਹ ਤਾਂ ਅਸੀਂ ਕਹਿ ਨਹੀਂ ਸਕਦੇ, ਬਜਟ ਤਾਂ ਬਹੁਤ ਨੇ, ਪਰ ਆਪਣੇ ਵਿਰਸੇ ਨੂੰ ਸੰਭਾਲਣ ਲਈ ਸਾਨੂੰ ਲੋੜ ਹੈ ਨਵੀਂ ਪੀੜ੍ਹੀ ਜਿਹੜੀ ਆ ਰਹੀ ਹੈ ਉਹਨਾਂ ਨੂੰ ਸੰਭਾਲਣ ਦੀ। ਉਹਨਾਂ ਨੂੰ ਪ੍ਰੋਗਰਾਮ ਦਿਓ, ਉਹਨਾਂ ਨੂੰ ਐਨਕਰੇਜ ਕਰੋ, ਉਹਨਾਂ ਦੇ ਰੋਜ਼ਗਾਰ, ਖਾਸ ਕਰਕੇ ਇਸ ਲਾਈਨ ਦੇ ਰੋਜ਼ਗਾਰ ਹੈ ਉਹਦੇ 'ਚ ਪੈਸਾ ਜਿੰਨਾ ਚਾਹੀਦਾ ਉਹਨਾਂ ਦਿੱਤਾ ਜਾਣਾ ਚਾਹੀਦਾ ਜੀ 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 ਹੈ ਨਾ। ਅਤੇ ਜਿਵੇਂ ਕਹਿ ਲਓ ਅੱਜ ਕੱਲ੍ਹ ਜਿਹੜਾ ਪ੍ਰਚਾਰਕ ਹੈ ਕਹਿੰਦੇ ਹੈ ਵੀ ਉਹ ਆਪਣੇ ਬੱਚਿਆਂ ਨੂੰ ਪ੍ਰਚਾਰਕ ਨਹੀਂ ਬਣਾਉਣਾ ਚਾਹੁੰਦਾ, ਕਿਉਂਕਿ ਬੱਚੇ ਉਹੀ ਕੁਛ ਦੇਖਦੇ ਨੇ ਵੀ ਸਾਡੇ ਪੇਰੈਂਟਸ ਨੇ ਕੀ ਕੀਤਾ, ਉਹ ਕਿੰਨੇ ਔਖੇ ਹੋਏ ਨੇ, ਤੇ ਇਹਨਾਂ ਚੀਜ਼ਾਂ ਵੱਲ ਤਾਂ ਹੀ ਉਹ ਤਨ ਮਨ ਨਾਲ ਸੇਵਾ ਕਰ ਸਕੇਗਾ ਜੀ ਜੀ, ਕਿਉਂਕਿ ਪੈਸਾ ਵੀ ਜ਼ਰੂਰੀ ਹੈ ਆਪਣੇ ਪਰਿਵਾਰ ਨੂੰ ਪਾਲਣ ਲਈ। ਹਾਂ, ਘੱਟੋ ਘੱਟ ਜਿੰਨਾ ਪਰਿਵਾਰ ਨੂੰ ਸਹੀ ਤਰੀਕੇ ਨਾਲ ਪਾਲਣ ਲਈ, ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕੇ ਜੀ ਜੀ ਹੈ ਨਾ। ਤੇ ਉਹ ਇਹਦਾ ਸਗੋਂ ਨੈਗੇਟਿਵ ਇਫੈਕਟ ਜਾਂਦਾ ਹੈ, ਕਿਉਂਕਿ ਬੱਚਾ ਦੇਖਦਾ, ਬੱਚਾ ਵੀ ਕਹਿਣ ਲੱਗ ਜਾਂਦਾ ਵੀ ਮੈਂ ਇਸ ਲਾਈਨ 'ਚ ਨਹੀਂ ਜਾਣਾ ਜੀ ਜੀ ਹੈ ਨਾ। ਇਹਦੇ ਬਾਰੇ ਸਾਡੀਆਂ ਸੰਸਥਾਵਾਂ ਨੂੰ, ਸਾਡੇ ਵੱਡੇ ਵਡੇਰਿਆਂ ਨੂੰ, ਸਾਡੇ ਜਿਹੜੇ ਸਮਾਜਿਕ ਹੈਗੇ ਨੇ, ਜਿਹੜੇ ਕਾਰਜ ਕਰਦੇ ਨੇ, ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਉਹਨਾਂ ਦਾ ਸਤਿਕਾਰ ਦੇਣ ਜੀ ਜੀ ਬਿਲਕੁਲ। ਬੱਚੇ ਜੋ ਦੇਖਦੇ ਆ, ਅਸੀਂ ਬੱਚਿਆਂ ਦਾ ਕਸੂਰ ਕੱਢਦੇ ਹਾਂ ਤੇ ਬੱਚਿਆਂ ਦਾ ਵੀ ਇੱਥੇ ਕਸੂਰ ਨਹੀਂ ਹੈ, ਉਹਨਾਂ ਨੂੰ ਮਾਹੌਲ ਉੱਦਾਂ ਦਾ ਮਿਲੇ ਹਾਂਜੀ, ਤੇ ਉਹ ਕਿਉਂ ਨਹੀਂ ਉਹ ਕਰਨਗੇ, ਉਹ ਤਾਂ ਸਗੋਂ ਕਹਿਣਗੇ ਵੀ ਜੋ ਮੇਰੇ ਫਾਦਰ ਸਾਹਿਬ ਨੇ ਕੀਤਾ ਮੈਂ ਉਸ ਤੋਂ ਅੱਗੇ ਵਧਣਾ ਬਿਲਕੁਲ ਬਿਲਕੁਲ ਹੈ ਨਾ। ਤਾਂ ਉਹ ਤਾਂ ਸਗੋਂ ਤਿਆਗ ਹੀ ਦੇ ਰਹੇ ਨੇ ਜੀ ਜੀ, ਕਿਉਂਕਿ ਇਹੀ ਚੀਜ਼ਾਂ ਦੇਖਦੇ ਆ ਵੀ ਸਾਡੇ ਘਰ 'ਚ ਕਿੰਨੀ ਤੰਗੀ ਸੀ ਜੀ ਹੈ ਨਾ, ਪਲੇਟਫਾਰਮ ਕਿੰਨਾ ਹੈ, ਜੇ ਮੇਰੇ ਪਾਪਾ ਨੂੰ ਜਾਂ ਮਦਰ ਨੂੰ ਕਿੰਨਾ ਆਉਂਦਾ ਹੈ ਤਾਂ ਉਹ ਕਿੰਨਾ ਬਾਹਰ ਨਹੀਂ ਆ ਸਕੇ ਜੀ, ਇਹ ਵੀ ਬਹੁਤ ਜ਼ਰੂਰੀ ਹੈ। ਪਲੇਟਫਾਰਮ ਹੋਏਗਾ, ਉਹਨਾਂ ਨੂੰ ਲੱਗੇਗਾ ਵੀ ਮੈਂ ਵੀ ਉਹਦੇ 'ਤੇ ਕੰਮ ਕਰਾਂ ਬਿਲਕੁਲ ਜੀ ਬਿਲਕੁਲ। ਸੋ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ ਗੁਣਵੰਤੀ ਪ੍ਰੋਗਰਾਮ, ਤੇ ਇਸ ਪ੍ਰੋਗਰਾਮ ਦੇ ਅੰਤਰਗਤ ਅਸੀਂ ਤੁਹਾਡੀ ਮੁਲਾਕਾਤ ਤੁਹਾਡੇ ਆਪਣੇ ਬਹੁਤ ਸਤਿਕਾਰਯੋਗ ਡਾਕਟਰ ਹਰਜਸ ਕੌਰ ਜੀ ਨਾਲ ਕਰਵਾ ਰਹੇ ਸੀ।
ਉਹਨਾਂ ਨੇ ਉਹ ਪਹਿਲੇ ਸਿੱਖ ਬੀਬੀ ਨੇ ਜਿਨ੍ਹਾਂ ਨੇ ਸੰਗੀਤ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ PhD ਕੀਤੀ। ਅਕਾਦਮਿਕ ਪੱਧਰ ਤੇ ਵੀ ਬੜੇ ਉਹਨਾਂ ਨੇ ਕਾਰਜ ਕੀਤੇ ਨੇ। ਲਗਭਗ 6 ਪੁਸਤਕਾਂ ਉਹਨਾਂ ਨੇ ਸੰਗੀਤ ਗੁਰਮਤਿ ਸੰਗੀਤ ਦੇ ਸੰਦਰਭ 'ਚ ਲਿਖੀਆਂ ਤੇ 70-80 ਦੇ ਲਾਗੇ ਉਹਨਾਂ ਦੇ ਜਿਹੜੇ ਹੈਗੇ ਆਰਟੀਕਲ ਹੈ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦੇ ਛਪ ਚੁੱਕੇ ਨੇ। ਸੋ ਹੋਰ ਵੀ ਉਹ ਕਾਰਜ ਜਿਹੜੇ ਹੈ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿੱਤ ਲਈ ਕਈ ਸੰਸਥਾਵਾਂ ਨਾਲ ਜੁੜੇ ਨੇ ਤੇ ਬਹੁਤ ਸਾਰੇ ਬੱਚਿਆਂ ਨੂੰ ਉਹ ਕੀਰਤਨ ਵੀ ਸਿਖਾ ਰਹੇ ਨੇ ਜਾਂ ਉਹਨਾਂ ਕੋਲ ਸਿੱਖ ਕੇ ਗਏ ਨੇ। ਸੋ ਇਸ ਤਰ੍ਹਾਂ ਉਹਨਾਂ ਨੇ ਬੜਾ ਵਿਸਤਾਰ ਨਾਲ ਦੱਸਿਆ ਵੀ ਕਿਵੇਂ ਕਿਵੇਂ ਉਹਨਾਂ ਨੇ ਆਪਣੀ ਇਹ PhD ਦੀ ਜਿਹੜਾ ਸਫ਼ਰ ਕੀਤਾ ਉਹਨਾਂ ਸਮੇਂ ਦੇ ਵਿੱਚ ਕੀਤਾ ਜਦੋਂ ਪੰਜਾਬ ਜਿਹੜਾ ਸੀ ਉਹ ਬੜਾ ਹੀ ਸੰਵੇਦਨਸ਼ੀਲ ਮਾਹੌਲ ਦੇ ਵਿੱਚ ਸੀ। ਤੇ ਉਦੋਂ ਉਹਨਾਂ ਸਮੇਂ ਦੇ ਵਿੱਚ ਜਦੋਂ ਸਾਧਨਾਂ ਦੀ ਵੀ ਕਮੀ ਸੀ, ਘਰ ਪਰਿਵਾਰ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲਿਆ ਤੇ ਉਹਨਾਂ ਨੇ ਆਪਣੀ ਜਿਹੜੀ PhD ਕੀਤੀ ਔਰ ਉਹਨਾਂ ਨੇ ਇਹ ਵੀ ਦੱਸਿਆ ਵੀ ਕਿਵੇਂ ਆਪਾਂ ਆਪਣੇ ਜਿਹੜੇ ਬੱਚੇ ਆ ਜਾਂ ਬੱਚੀਆਂ ਉਹਨਾਂ ਨੂੰ ਕਿਵੇਂ ਅੱਗੇ ਲਿਆਇਆ ਜਾ ਸਕਦਾ। ਤੇ ਇੱਕ ਜਿਹੜੀਆਂ ਸਿੱਖ ਬੀਬੀਆਂ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦੇ ਨਾਮ ਹੈ ਜਿਵੇਂ ਬੀਬੀ ਭਾਨੀ ਜੀ ਆ, ਬੀਬੀ ਨਾਨਕੀ ਜੀ ਆ, ਉਹਨਾਂ ਦੇ ਨਾਮ ਤੇ ਇੱਕ ਪੰਜਾਬ ਪੱਧਰ ਤੇ ਜਾਂ ਦੇਸ਼ ਪੱਧਰ ਤੇ ਪ੍ਰੋਗਰਾਮ ਜੇ ਲਿਖੇ ਜਾਣ ਤੇ ਉਹਨਾਂ ਪ੍ਰੋਗਰਾਮਾਂ ਨੂੰ ਸਿੱਖ ਬੀਬੀਆਂ ਹੀ ਉਹਨਾਂ ਪ੍ਰੋਗਰਾਮਾਂ ਨੂੰ ਕਰਨ, ਉਹ ਅੱਗੇ ਹੋ ਕੇ ਕਰਨ ਤਾਂ ਇਹ ਸਾਡੀਆਂ ਜਿਹੜੇ ਸੰਸਥਾਵਾਂ ਉਹ ਇਹੋ ਜਿਹੇ ਮੌਕੇ ਜੇ ਪ੍ਰਦਾਨ ਕਰਨ ਤਾਂ ਸਿੱਖ ਬੀਬੀਆਂ ਜਿਹੜੀਆਂ ਹੋਰ ਅੱਗੇ ਆ ਸਕਦੀਆਂ ਨੇ ਤੇ ਬੱਚੀਆਂ ਉਹਨਾਂ ਨੂੰ ਪਲੇਟਫਾਰਮ ਮਿਲੇਗਾ। ਕਿਉਂਕਿ ਅਸੀਂ ਕਹਿ ਦਿੰਦੇ ਹਾਂ ਗੁਰੂ ਸਾਹਿਬ ਨੇ ਤਾਂ ਆਖਿਆ ਹੈ ਵੀ ਸੋ ਕਿਉਂ ਮੰਦਾ ਆਖੇ ਜਿਤ ਜੰਮੇ ਰਾਜਾਨ, ਪਰ ਕਿਤੇ ਨਾ ਕਿਤੇ ਅਸੀਂ ਜਿਹੜੇ ਆਪਾਂ ਮੋਹਰੀ ਬੈਠੇ ਹੋਏ ਆ ਉਹ ਕਿਤੇ ਨਾ ਕਿਤੇ ਅਸੀਂ ਉਹਨੇ ਮੌਕੇ ਜਿਹੜੇ ਹੈ ਸਾਡੀਆਂ ਸੰਸਥਾਵਾਂ ਆਪਣੀ ਸਿੱਖ ਬੀਬੀਆਂ ਨੂੰ ਨਹੀਂ ਦੇ ਰਹੇ, ਉਹ ਸਭ ਨੂੰ ਪਤਾ ਹੀ ਹੈ। ਸੋ ਇਸ ਕਰਕੇ ਇਹ ਮੌਕੇ ਜਿਹੜੇ ਹੈ ਪ੍ਰਦਾਨ ਕਰਨੇ ਚਾਹੀਦੇ ਨੇ ਤੇ ਨਾਲ ਨਾਲ ਜਿਹੜੇ ਬੱਚੇ ਨੇ ਜਿਹੜੇ ਆਪਣੇ ਭਟਕ ਚੁੱਕੇ ਨੇ ਇਸ ਰਸਤੇ ਤੋਂ ਉਹ ਕਿਵੇਂ ਇਸ ਰਸਤੇ ਤੇ ਆ ਸਕਦੇ ਨੇ, ਮੁੜ ਕੇ ਉਹਨਾਂ ਨੂੰ ਕਿਵੇਂ ਲਿਆਇਆ ਜਾ ਸਕਦਾ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਦੀ ਲੋੜ ਹੈ। ਤੇ ਉਹ ਵੀ ਸਾਡੀਆਂ ਸੰਸਥਾਵਾਂ ਕਿਉਂਕਿ ਬਜਟ ਸਿੱਖਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਿੱਖ ਜਦੋਂ ਸਾਰੀ ਦੁਨੀਆ ਨੂੰ ਖਿਲਾ ਸਕਦਾ ਹੈ, ਲੰਗਰ ਛਕਾ ਸਕਦਾ ਹੈ, ਹਰ ਜਗ੍ਹਾ ਪਹੁੰਚ ਸਕਦਾ ਤਾਂ ਉਹ ਆਪਣੇ ਬੱਚਿਆਂ ਵਾਸਤੇ, ਆਪਣੀ ਪੀੜ੍ਹੀ ਵਾਸਤੇ, ਆਪਣੇ ਨੌਜਵਾਨ ਵਾਸਤੇ ਸਭ ਕੁਝ ਕਰ ਸਕਦਾ। ਸੋ ਇਸ ਪਾਸੇ ਨੂੰ ਸਾਡੀਆਂ ਸੰਸਥਾਵਾਂ ਨੂੰ ਸੋਚਣਾ ਚਾਹੀਦਾ ਹੈ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਇੱਕ ਹੋਰ ਸ਼ਖਸੀਅਤ ਨਾਲ ਸਿੱਖ ਬੀਬੀ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਸਿੱਖ ਸੰਦਰਭ ਦੇ ਵਿੱਚ ਆਪਣਾ ਕੋਈ ਵਿਲੱਖਣ ਯੋਗਦਾਨ ਪਾਇਆ। ਤੇ ਉਦੋਂ ਤੱਕ ਤੁਸੀਂ ਜੁੜੇ ਰਹੋ ਵਿਜ਼ਨ 1469 ਨਾਲ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।